ਹਿਰਦੈ ਧਿਆਵੋਂ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋਂ। ਗੁਰੂ ਅਰਜਨ ਬਿਗਨਨ ਕੇ ਨਾਸਕ, ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਗੁਰੂ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਤਰ ਪੁਨ ਪੁਨ ਸੀਸਾ, ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਹਿ ਕੌਣ ਦਾਸਨ ਕਲਿਆਣ, ਚੌਂ ਦਿਸ਼ ਕੀ ਪਗ ਪੂਜਤ ਆਨ। ਕੋ ਸੁਧ ਲਹੈ ਪਹੁੰਚ ਹਮਾਰੀ, ਰਾਜ ਤੁਰਕ ਕੋ ਬਹੁ ਬੁਰਿਆਰੀ। ਕਰਹਿ ਕੌਣ ਦਾਸਨ ਕਲਿਆਣ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਪਵਿੱਤਰ ਜੋਤ, ਗੁਰਗੱਦੀ ਤੇ ਸੁਭਾਏਮਾਨ ਭਗਤ ਵਚਲ ਅੰਤਰਜਾਮੀ, ਦੋ ਜਹਾਨ ਦੇ ਵਾਲੀ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਗੁਰਦੁਆਰਾ ਸਾਹਿਬ ਬਬੇਕਸਰ ਸਾਹਿਬ ਵਿਖੇ ਜੋ ਮੀਰੀ ਪੀਰੀ ਦਿਵਸ, ਸ਼ਸਤਰ ਧਾਰਨ ਦਿਵਸ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਇਤਿਹਾਸਕ ਦਿਹਾੜਾ ਮਨਾਉਣ ਵਾਸਤੇ ਇਸ ਪਾਵਨ ਅਸਥਾਨ 'ਤੇ ਗੁਰ ਇਤਿਹਾਸ ਦੀ ਕਥਾ ਕੱਲ੍ਹ ਰੋਜ਼ ਤੋਂ ਪ੍ਰਾਰੰਭ ਹੋਈ ਹੈ। ਆਪ ਜੀ ਬੜੇ ਉਤਸ਼ਾਹ ਨਾਲ, ਬੜੇ ਚਾਉ ਨਾਲ, ਉਮਾ ਨਾਲ ਗੁਰੂ ਘਰ ਵਿੱਚ ਕੇ ਦਰਸ਼ਨ ਦੀਦਾਰ ਕਰਨ ਵਾਸਤੇ ਤੇ ਗੁਰ ਇਤਿਹਾਸ ਦੀ ਕਥਾ ਸਰਵਣ ਕਰਨ ਵਾਸਤੇ ਆਪ ਜੀ ਪਹੁੰਚੇ ਹੋ। ਆਉਣ ਵਾਲੇ ਦਿਨਾਂ ਵਿੱਚ ਵੀ ਗੁਰੂ ਸਾਹਿਬ ਕਿਰਪਾ ਵਰਤਾਉਣ, ਇਸੇ ਤਰ੍ਹਾਂ ਸੰਗਤ ਪਹੁੰਚ ਕੇ ਗੁਰ ਇਤਿਹਾਸ ਦੀ ਕਥਾ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਤੇ ਗੁਰੂ ਚਰਨਾਂ ਤੋਂ ਸਦਕੇ ਜਾਈਏ, ਬਲਿਹਾਰਨੇ ਜਾਈਏ, ਕੁਰਬਾਨ ਜਾਈਏ। ਗੁਰੂ ਸਾਹਿਬਾਨ ਜੀ ਦੇ ਮਹਾਨ ਪਰ ਉਪਕਾਰ, ਸਾਡੇ ਜੀਵਨ ਦੇ ਭਲੇ ਹਿੱਤ ਸਤਿਗੁਰਾਂ ਵੱਲੋਂ ਕੀਤੇ ਹੋਏ ਧਰਮ ਕਾਰਜ, ਉਹਨਾਂ ਦੀ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਆਪਾਂ ਬੜੇ ਉਮਾ ਉਤਸ਼ਾਹ ਨਾਲ ਗੁਰਦੁਆਰਾ ਸ੍ਰੀ ਬਬੇਕਸਰ ਵਿਖੇ ਸੱਜ ਬੈਠੇ ਹਾਂ। ਬਬੇਕ ਬੁੱਧ ਸਤਿਗੁਰ ਤੇ ਭਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ,
ਜਨ ਨਾਨਕ ਨਾਮ ਗੁਰੂ ਤੇ ਪਾਇਆ, ਤੁਰ ਮਸਤਕ ਭਾਗ ਲਖੀਰਾ। ਗੁਰਬਾਣੀ ਦੇ ਗੁਰਵਾਕਾਂ ਅਨੁਸਾਰ ਵਿਵੇਕ ਬੁੱਧ ਸਤਿਗੁਰੂ ਦੇ ਪਾਸੋਂ ਪ੍ਰਾਪਤ ਕਰਨ ਵਾਸਤੇ, ਵਿਵੇਕ ਬੁੱਧ ਦੀ ਮੰਗ ਕਰਨ ਵਾਸਤੇ ਆਪਾਂ ਸਜੇ ਬੈਠੇ ਹਾਂ। ਮੀਰੀ ਪੀਰੀ ਦਾ ਦਿਵਸ ਇਸ ਪਾਵਨ ਅਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪ੍ਰਬੰਧ ਵੱਲੋਂ ਬੜੇ ਉਤਸ਼ਾਹ ਨਾਲ ਆਪਾਂ ਮਨਾ ਰਹੇ ਹਾਂ। ਤੇ ਸਤਿਗੁਰੂ ਸਾਹਿਬ ਜੀ ਦੇ ਗੁਰ ਇਤਿਹਾਸ ਦੀ ਕਥਾ ਉਹ ਕੱਲ ਆਪਾਂ ਸਰਵਣ ਕੀਤੀ ਸੀ। ਉਹ ਪ੍ਰਸੰਗ ਸੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਆਪਾਂ ਸਜੇ ਬੈਠੇ ਹਾਂ, ਇਹ ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ, ਜਿੱਥੇ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਮੁਖੀਏ ਸਿੱਖ ਤੇ ਚਾਰੇ ਤਰਫਾਂ ਦੇ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਆਣ ਕੇ ਸਜੇ ਨੇ। ਉਹਨਾਂ ਦੇ ਮਨ ਵਿੱਚ ਇਹ ਬਚਨ ਸੁਣਨ ਦੀ ਚਾਹਨਾ ਬਣੀ ਹੈ ਵੀ ਗੁਰੂ ਸਾਹਿਬ ਲਾਹੌਰ ਗਏ ਨੇ ਤੇ ਪਾਤਸ਼ਾਹ ਦੀ ਉਡੀਕ ਕਰਦੀਆਂ ਨੇ ਸੰਗਤਾਂ ਵੀ ਗੁਰੂ ਸਾਹਿਬ ਕਦੋਂ ਆਉਣ। ਜਿਹੜੇ 5 ਸਿੱਖ ਨਾਲ ਗਏ ਨੇ ਉਹ ਸਾਧ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਨੇ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਆਏ ਸਿੱਖਾਂ ਨੂੰ ਕਿਹਾ ਵੀ ਸੁਣਾਓ ਲਾਹੌਰ ਦਾ ਕੀ ਹਾਲ ਹੈ। ਗੁਰੂ ਸਾਹਿਬ ਨਹੀਂ ਆਏ, ਪਾਤਸ਼ਾਹ ਪਿਤਾ ਜੀ ਗਏ ਸਨ ਸਤਿਗੁਰੂ ਸਾਹਿਬ। ਤੇ ਸਾਧ ਸੰਗਤ 5 ਸਿੱਖ ਕਹਿਣ ਲੱਗੇ ਗੁਰੂ ਜੀ ਦੀ ਸ਼ਹਾਦਤ ਹੋ ਗਈ ਹੈ, ਧਰਮ ਅਰਥ ਉਹ ਸ਼ਹੀਦ ਹੋ ਗਏ ਨੇ। ਸਾਧ ਸੰਗਤ ਜੋਤੀ ਜੋਤ ਮਿਲੀ ਸੰਪੂਰਨ ਥੀਆ, ਰਾਮ ਦੇ ਮਾਂ ਵਾਕ ਅਨੁਸਾਰ ਅੰਮ੍ਰਿਤ ਗੁਰਬਾਣੀ ਦੀਆਂ ਤੁਕਾਂ ਪੜੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਏ ਸਿੱਖ ਕਹਿਣ ਲੱਗੇ ਜੀ ਪੰਚਮ ਪਿਤਾ ਸਤਿਗੁਰੂ ਤੇ ਸ਼ਹਾਦਤ ਦਾ ਜਾਮ ਪੀ ਗਏ ਨੇ। ਤੇ ਜਦੋਂ ਸ਼ਹਾਦਤ ਦੀ ਖਬਰ ਸੁਣੀ ਤੇ ਵਿਰਾਗ ਹੋਣਾ ਤੇ ਕੁਦਰਤੀ ਹੈ। ਬਾਕੀ ਗੁਰਸਿੱਖਾਂ ਵਿੱਚ ਵੀ ਵਿਰਾਗ ਜਾਗਿਆ ਤੇ ਸਾਧ ਸੰਗਤ ਜਜ਼ਬਾਤ ਵੀ ਉੱਭਰੇ ਨੇ ਵੀ ਜ਼ਾਲਮ ਸਰਕਾਰ ਨੇ ਕਿੰਨਾ ਵੱਡਾ ਇੱਕ ਧਰਮ ਮਹਾਂਪੁਰਖ ਤੇ ਕਸ਼ਟ ਦੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ। ਕੇਵਲ ਧਰਮ ਦੀ ਰੱਖਿਆ ਕਰਦਿਆਂ ਉਹ ਸ਼ਹੀਦ ਹੋਏ ਨੇ ਤੇ ਕਿੰਨਾ ਵੱਡਾ ਉਹਨਾਂ ਦੇ ਸਰੀਰ ਉੱਪਰ ਜ਼ੁਲਮ ਕੀਤਾ ਗਿਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਵੀ ਕਰਨਾ ਰਸ ਵਿੱਚ ਪਹੁੰਚੇ ਨੇ, ਜਜ਼ਬਾਤ ਵੀ ਉਹਨਾਂ ਦੇ ਉੱਭਰੇ ਨੇ ਤੇ ਸਾਧ ਸੰਗਤ ਸਤਿਗੁਰੂ ਸਾਹਿਬ ਜੀ ਦੇ ਸ਼ਹਾਦਤ ਨੂੰ ਸੁਣ ਕੇ ਤੇ ਗੁਰਸਿੱਖਾਂ ਅੰਦਰ ਵੀ ਵੈਰਾਗ ਜਾਗਿਆ ਹੈ, ਮਾਤਾ ਜੀ ਅੰਦਰ ਵੀ ਵੈਰਾਗ ਜਾਗਿਆ। ਤੇ ਜਦੋਂ ਸਭ ਦੀ ਹਾਲਤ ਬਾਬਾ ਬੁੱਢਾ ਸਾਹਿਬ ਨੇ ਦੇਖੀ ਤੇ ਬਾਬਾ ਜੀ ਕਹਿਣ ਲੱਗੇ ਸਤਿਗੁਰੂ ਪਰ ਉਪਕਾਰ ਕਰਦਿਆਂ, ਧਰਮ ਦੀਆਂ ਕਦਰਾਂ ਕੀਮਤਾਂ ਨੂੰ ਜਿੰਦਾ ਰੱਖਦਿਆਂ ਉਹਨਾਂ ਦੀ ਸ਼ਹਾਦਤ ਹੋਈ ਹੈ ਤੇ ਸਾਨੂੰ ਐਸੀ ਸ਼ਹਾਦਤ ਦੇ ਸੋਗ ਨਹੀਂ, ਇਹ ਤੇ ਰੱਬ ਜੀ ਦੇ ਹੁਕਮ ਵਿੱਚ ਭਾਣਾ ਵਾਪਰਿਆ ਹੈ। ਪਰ ਗੁਰੂ ਜੀ ਨੇ ਪਰ ਉਪਕਾਰ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਹੈ। ਆਪਾਂ ਵੈਰਾਗ ਨਹੀਂ, ਅਸੀਂ ਆਏ ਗੁਰਸਿੱਖਾਂ ਤੋਂ ਕੁਝ ਬਚਨ ਸੁਣਾਂਗੇ ਕਿ ਸਤਿਗੁਰੂ ਨੇ ਸਾਨੂੰ ਅੰਮ੍ਰਿਤਸਰ ਬੈਠੀ ਸੰਗਤ ਨੂੰ ਇਹਨਾਂ 5 ਸਿੱਖਾਂ ਦੇ ਰਾਹੀਂ ਕੀ ਹੁਕਮ ਲਾਇਆ ਹੈ, ਉਹਦੇ ਉੱਪਰ ਆਪਾਂ ਵਿਚਾਰ ਕਰਾਂਗੇ। ਬਾਬਾ ਬੁੱਢਾ ਸਾਹਿਬ ਜੀ ਨੇ ਸਭ ਨੂੰ ਸਮਝਾਇਆ, ਸਿੱਖਾਂ ਨੂੰ ਗੁਰਸਿੱਖਾਂ ਨੂੰ ਕਹਿਣ ਲੱਗੇ ਭਾਈ ਸੋਗ ਅਫਸੋਸ ਨਹੀਂ ਕਰਨਾ ਸਤਿਗੁਰਾਂ ਦੀ ਸ਼ਹਾਦਤ ਤੇ, ਉਹਨਾਂ ਦੀ ਸ਼ਹਾਦਤ ਪਰ ਉਪਕਾਰ ਦੀ ਖਾਤਰ ਹੈ। ਅੱਜ 39 ਨੰਬਰ ਅਧਿਆਏ ਦੀਆਂ ਕੁਝ ਪੌੜੀਆਂ ਵਿਚਾਰਨ ਵਾਲੀਆਂ ਤੇ ਨਾਲ ਹੀ ਅਸੀਂ 40 ਨੰਬਰ ਜੋ ਅਧਿਆਏ ਹੈ ਜਿਹਦੇ ਵਿੱਚ ਗੁਰੂ ਜੀ ਪ੍ਰਣ ਕਰਨਗੇ ਤੇ ਹੁਣ ਵਾਲੇ ਅਧਿਆਏ ਵਿੱਚ 5 ਸਿੱਖਾਂ ਕੋਲੋਂ ਜੋ ਕੁਝ ਬਚਨ ਸਤਿਗੁਰੂ ਪੁੱਛਦੇ ਨੇ ਕਿ ਕੀ ਕੀ ਹੁਕਮ ਲਾਇਆ ਹੈ ਉਹ ਤੁਹਾਡੇ ਰਾਹੀਂ ਅਸੀਂ ਸੁਣਨਾ ਚਾਹੁੰਦੇ ਹਾਂ।
ਸਾਨੂੰ ਸੁਣ ਕੇ ਧੀਰਜ ਆਵੇਗਾ। ਜਿਵੇਂ ਪਹਿਲੇ ਸ਼ਬਦ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਤੇ ਫਿਰ ਭਾਈ ਪ੍ਰਾਣਾ ਜੀ ਸ਼ਬਦ ਕਹਿਣਗੇ, ਉਹ ਅੱਜ ਦੇ ਆਪਾਂ ਗੁਰ ਇਤਿਹਾਸ ਵਿੱਚ ਸਰਵਣ ਕਰਾਂਗੇ। ਮੀਰੀ ਪੀਰੀ ਦਾ ਦਿਵਸ ਹੈ ਤੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਦੇ ਬਚਨ ਨੇ ਕਿ ਗੁਰਸਿੱਖ ਇੱਥੇ ਬੈਠੇ ਸਨ ਤੇ ਸਤਿਗੁਰੂ ਜੀ ਨੂੰ ਪੁੱਛਿਆ, ਮਾਲਕ ਜੀ, ਦੋਵੇਂ ਹੱਥ ਜੋੜ ਕੇ ਬਚਨ ਕਿਹਾ ਕਿ ਸੱਚੇ ਪਾਤਸ਼ਾਹ ਜਿੰਨੇ ਵੀ ਅੱਗੇ ਜਰਨੈਲ ਪਹਿਲਾਂ ਹੋਏ ਨੇ ਉਹ ਇੱਕ ਖੜਗ ਧਾਰਨ ਕਰਦੇ ਸਨ। ਆਪਣੇ ਦੋਵੇਂ ਖੜਗਾਂ ਸ੍ਰੀ ਸਾਹਿਬਾਂ ਆਪਣੇ ਗਲ ਵਿੱਚ ਪਹਿਨੀਆਂ ਨੇ। ਆਪ ਦੋਇਲੇ ਨਿਜ ਗਰ ਪਾਏ, ਇਹ ਕਿਆ ਕਾਰਨ ਦਿਓ ਸੁਨਾਏ। ਸਾਨੂੰ ਇਹ ਕੀ ਕਾਰਨ ਹੈ ਵੀ ਆਪ ਜੀ ਨੇ ਦੋ ਕਿਰਪਾਨਾਂ ਪਹਿਨੀਆਂ, ਇਹ ਅਸੀਂ ਆਪ ਜੀ ਤੋਂ ਸੁਣਨਾ ਚਾਹੁੰਦੇ ਹਾਂ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖੋ, ਇਹ ਜਿਹੜੇ ਦੋ ਸ਼ਸਤਰ ਨੇ ਨਾ, ਇਸ ਮਾਰਗ ਹਿਤ ਅਸ ਜੁਗ ਗਏ। ਅਸੀਂ ਦੋ ਸ਼ਸਤਰ ਤਾਂ ਪਕੜੇ ਆ, ਇੱਕ ਤੇ ਲੈ ਮੀਰਨ ਕੀ ਮੀਰੀ, ਦੂਸਰ ਤੇ ਪੀਰਨ ਕੀ ਪੀਰੀ। ਅਸੀਂ ਮੀਰੀ ਪੀਰੀ ਦੀਆਂ ਕਿਰਪਾਨਾਂ ਤਾਂ ਪਹਿਨੀਆਂ ਹੈ। ਸਤਿਗੁਰੂ ਜੀ ਕਹਿਣ ਲੱਗੇ, ਮੀਰ ਦੀ ਮੀਰੀ ਲੈ ਲੈਣੀ ਹੈ ਤੇ ਪੀਰ ਤੋਂ ਪੀਰੀ। ਅਸੀਂ ਮੀਰੀ ਪੀਰੀ ਦਾ ਸਿਧਾਂਤ ਇਕੱਠਾ ਕਰ ਦੇਣਾ ਹੈ, ਕਰ ਦਿੱਤਾ ਹੈ। ਜੋ ਗੁਰੂ ਨਾਨਕ ਸਾਹਿਬ ਨੇ ਨੀਂਹ ਰੱਖੀ ਸੀ ਰਾਜ ਜੋਗ ਦੀ, ਇਹ ਹੀ ਮੀਰੀ ਪੀਰੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਜੋ ਜਵਾਬ ਦਿੱਤਾ ਕਿ ਮੀਰ ਦੀ ਮੀਰੀ ਖਿੱਚ ਲੈਣੀ ਤੇ ਪੀਰ ਦੀ ਪੀਰੀ, ਤਾਂ ਹੀ ਦੋ ਕਿਰਪਾਨਾਂ ਧਾਰਨ ਕੀਤੀਆਂ ਨੇ। ਇਹ ਮੀਰੀ ਪੀਰੀ ਦਾ ਦਿਵਸ ਆਪਾਂ ਮਨਾ ਰਹੇ ਹਾਂ। ਆਓ ਅਗਲੇ ਬਚਨਾਂ ਰਾਹੀਂ ਸਰਵਣ ਕਰੋ। ਗਰੀਬ ਨਵਾਜ ਸਤਿਗੁਰੂ ਜੀ ਦੇ ਬਾਰੇ, ਧੰਨ ਗੁਰੂ ਅਰਜਨ ਦੇਵ ਜੀ ਦੇ ਬਾਰੇ ਗੁਰਸਿੱਖ ਮਿਲ ਕੇ ਆਪਸ ਵਿੱਚ ਵਿਚਾਰਾਂ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਹਿ ਕੌਣ ਦਾਸਨ ਕਲਿਆਣ। ਮੁਖੀ ਸਿੱਖ ਸੋਚਦੇ ਨੇ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦ ਹੋ ਗਏ ਤੇ ਉਹ ਦਾਸਾਂ ਦੀ, ਸੇਵਕਾਂ ਦੀ ਕਲਿਆਣ ਕਰਦੇ ਸਨ, ਜੀਵਨ ਮੁਕਤ ਬਣਾਉਂਦੇ ਸਨ। ਹੁਣ ਉਹਨਾਂ ਤੋਂ ਬਾਅਦ, ਕਿਉਂਕਿ ਅਜੇ ਸਮਾਂ ਵੀ ਬਹੁਤਾ ਕੋਈ ਪੁਰਾਣਾ ਨਹੀਂ ਹੈ, ਕੁਝ ਦਿਨਾਂ ਦੀ ਘਟਨਾ ਹੈ, ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਜੇ ਹੋਏ ਨੇ ਤੇ ਗੁਰੂ ਅਰਜਨ ਦੇਵ ਜੀ ਦੇ ਸੰਬੰਧ ਵਿੱਚ ਸੰਗਤ ਕਹਿ ਰਹੀ ਹੈ, ਗੁਰੂ ਅਰਜਨ ਦੇਵ ਜੀ ਵਾਲੀ ਸੇਵਾ ਕੌਣ ਨਿਭਾਉਣਗੇ? ਹੁਣ ਆਪਣੇ ਦਾਸਾਂ, ਸਿੱਖਾਂ, ਸੇਵਕਾਂ ਦੀ ਕਲਿਆਣ ਕੌਣ ਕਰਨਗੇ? ਚੌਂਦ ਛਕੇ ਪਗ ਪੂਜਤ ਆਨ। ਧੰਨ ਗੁਰੂ ਅਰਜਨ ਦੇਵ ਜੀ ਨੂੰ ਚਾਰੇ ਦਿਸ਼ਾਵਾਂ ਦੀ ਸੰਗਤ ਆਣ ਕੇ ਉਹਨਾਂ ਦੇ ਚਰਨ ਪੂਜਦੀ ਸੀ। ਕੋ ਸੁਦਲਾ ਹੈ ਪਹੁੰਚ ਹਮਾਰੀ। ਤੇ ਸਿੱਖ ਕਹਿਣ ਲੱਗੇ, ਹੁਣ ਸਾਡੀ ਪਹੁੰਚ, ਭਾਵ ਸਾਡੀ ਪਹੁੰਚ ਬਣਾ ਕੇ ਖਬਰ ਕੌਣ ਲਿਆ ਕਰੇਗਾ? ਜਿਵੇਂ ਗੁਰੂ ਅਰਜਨ ਦੇਵ ਜੀ ਸਾਡੀ ਖਬਰ ਲੈਂਦੇ ਸਨ, ਸੁੱਧ ਦਾ ਅਰਥ ਹੁੰਦਾ ਖਬਰ, ਸਾਰ ਲੈਣੀ। ਕਹਿਣ ਲੱਗੇ, ਹੁਣ ਸਾਡੀ ਪਹੁੰਚ ਬਣਾ ਕੇ ਕੌਣ ਉਹਨਾਂ ਤੋਂ ਬਿਨਾਂ ਸਾਡੀ ਖਬਰ ਲਵੇਗਾ? ਰਾਜ ਤੁਰਕ ਕੋ ਬਹੁ ਬੁਰਿਆਰੀ। ਤੇ ਤੁਰਕਾਂ ਦਾ ਰਾਜ ਬਹੁਤ ਬੁਰਾ ਹੈ। ਇਹ ਸੇਵਕ ਵਿਚਾਰਾਂ ਕਰਦੇ ਆ, ਧੰਨ ਗੁਰੂ ਅਰਜਨ ਦੇਵ ਜੀ ਤੋਂ ਬਿਨਾਂ ਹੁਣ ਸਾਡੀ ਬਾਂਹ ਕੌਣ ਫੜੇਗਾ? ਜਿਨਹੁ ਚਾਹਿਓ ਕਰਬੇ ਅਨਿਆਈ। ਜਿਹੜੀ ਸਰਕਾਰ ਨੇ ਅਨਿਆਂ ਕਰਨ ਦਾ ਧਾਰਨ ਕਰ ਲਿਆ ਹੋਵੇ ਵੀ ਅਨਿਆਂ ਹੀ ਕਰਨਾ ਹੈ, ਕਿਉਂਕਿ ਵੱਡਾ ਅਨਿਆਂ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਇੰਨੇ ਸਰਬ ਸਾਂਝੇ ਰਹਿਬਰ ਨੇ, ਉਹਨਾਂ ਨੂੰ ਤੱਤੀ ਰੇਤਾ ਤੇ ਤੱਤੀ ਲੋਹ ਤੇ ਫਿਰ ਸਾਧ ਸੰਗਤ ਉਬਲਦੀ ਦੇਗ ਵਿੱਚ ਉਬਾਲਣਾ, ਇਹ ਅਨਿਆਏ ਹੈ, ਸਰਾਸਰ ਜ਼ੁਲਮ ਹੈ। ਕਹਿਣ ਲੱਗੇ, ਜਿਨ੍ਹਾਂ ਨੇ ਇਹ ਧਾਰਨ ਕਰ ਲਿਆ ਹੋਵੇ ਵੀ ਅਨਿਆਂ ਹੀ ਕਰਨਾ ਹੈ। ਪਰਿਓ ਅੰਧੇਰ ਨ ਸੂਝਹਿ ਕਾਈ। ਤੇ ਸਿੱਖ ਆਪਸ ਵਿੱਚ ਵਿਚਾਰ ਕਰਦੇ ਨੇ ਵੀ ਇਹ ਤੇ ਅੰਧੇਰ ਮੱਚ ਗਿਆ, ਹਨੇਰ ਮੱਚ ਗਿਆ, ਕੋਈ ਗੱਲ ਸੁੱਝਦੀ ਨਹੀਂ, ਔੜਦੀ ਨਹੀਂ। ਇਹ ਤੇ ਹਨੇਰ ਮੱਚਣ ਵਾਲੀ ਗੱਲ ਹੈ ਤੇ ਸਰਕਾਰ ਨੇ ਅਨਿਆਂ ਕੀਤਾ ਹੈ। ਉਚਿਤਾ ਨੁਚਿਤ ਵਿਚਾਰ ਨਾ ਕਾਈ। ਇਹ ਮੁਗਲਾਂ ਵਿੱਚ ਕੋਈ ਅਸਲੀ ਗੱਲ ਕੀ ਹੈ ਤੇ ਗਲਤ ਗੱਲ ਕੀ ਹੈ, ਇਹਦੀ ਤਾਂ ਇਹ ਕੋਈ ਵਿਚਾਰ ਹੀ ਨਹੀਂ ਕਰਦੇ।
ਜੋ ਗਲਤ ਕੰਮ ਕਰ ਰਹੇ ਨੇ, ਜੋ ਨਹੀਂ ਕਰਨ ਦੇ ਯੋਗ, ਉਹਨੂੰ ਵੀ ਸਹੀ ਦੱਸ ਰਹੇ ਨੇ। ਇਹਨਾਂ ਵਿੱਚ ਤਾਂ ਇਸ ਤਰ੍ਹਾਂ ਦੀ ਕੋਈ ਵਿਚਾਰ ਹੀ ਨਹੀਂ। ਗਹੇ ਬਲੀ ਨਿਬਲਨ ਕੋ ਖਾਈ। ਕਹਿਣ ਲੱਗੇ ਜਿਹੜੇ ਬਲੀ ਆ ਨਾ, ਤਾਕਤ ਵਾਲੇ ਬੰਦੇ ਨੇ, ਉਹ ਮਾੜਿਆਂ ਨੂੰ ਖਾ ਰਹੇ ਨੇ, ਕਮਜ਼ੋਰਾਂ ਨੂੰ ਖਾ ਜਾਂਦੇ। ਜਿਸ ਤਰ੍ਹਾਂ ਤਗੜੇ, ਉਸੇ ਤਰ੍ਹਾਂ ਹੀ ਸਰਕਾਰ ਜਿਹੜੀ ਹੈ ਇਹ ਜ਼ੁਲਮ ਕਰਨ ਤੇ ਬੌੜੀ ਹੈ। ਲੱਖ ਗਤੀ ਗੁਰ ਕੀ ਬਿਸਮਾਵਤ। ਕਵੀ ਜੀ ਕਹਿੰਦੇ ਨੇ ਅਲੱਖ ਗਤੀ ਗੁਰ ਕੀ ਬਿਸਮਾਵਤ। ਗੁਰੂ ਸਾਹਿਬ ਦੀ ਜਿਹੜੀ ਗਤੀ ਹੈ ਨਾ, ਉਹ ਜਾਣੀ ਨਹੀਂ ਜਾਂਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਵੀ, ਉਹ ਵੀ ਵੈਰਾਗ ਵਿੱਚ ਜਦੋਂ ਬਚਨ ਸੁਣਦੇ ਨੇ ਗੁਰਸਿੱਖਾਂ ਤੋਂ ਤੇ ਵੈਰਾਗ ਆਉਂਦਾ ਹੈ। ਪਰ ਆਮ ਸਮਾਜ ਵਾਲਾ ਨਹੀਂ, ਉਹ ਤਾਂ ਗੁਰੂ ਅਰਜਨ ਦੇਵ ਜੀ ਦੇ ਪਰ ਉਪਕਾਰਾਂ ਤੋਂ ਸਦਕੇ ਜਾਂਦਿਆਂ ਆਉਂਦਾ ਹੈ ਕਿ ਗੁਰੂ ਦੀ ਮਹਿਮਾ ਲਖੀ ਨਹੀਂ ਜਾਂਦੀ। ਤੇ ਗੁਰੂ ਦੀ ਮਹਿਮਾ ਹੈਰਾਨਗੀ ਬਿਸਮਾਦ ਵਿੱਚ ਲੈ ਜਾਣ ਵਾਲੀ ਹੈ। ਨਹੀਂ ਅਪਰ ਤੇ ਜਾਣੀ ਜਾਵਤ। ਤੇ ਗੁਰੂ ਦੀ ਮਹਿਮਾ ਗੁਰੂ ਤੋਂ ਭਰੋਸੇ ਵਾਲੇ ਸਿੱਖਾਂ ਤੋਂ ਬਿਨਾਂ ਜਾਣੀ ਨਹੀਂ ਜਾਂਦੀ। ਗੁਰੂ ਦੀ ਮਹਿਮਾ ਤੇ ਗੁਰੂ ਦੇ ਪਿਆਰ ਵਾਲੇ ਹੀ ਜਾਣਦੇ ਨੇ। ਹੁਣ ਸ੍ਰੀ ਹਰਗੋਬਿੰਦ ਉਚਾਰੇ। ਵੀ ਇਹ ਬਚਨ ਜਿਹੜੇ ਹੋਏ ਨੇ ਗੁਰਸਿੱਖਾਂ ਦੇ ਆਪਸ ਵਿੱਚ, ਕਦੀ ਕਦੀ ਬਾਬਾ ਬੁੱਢਾ ਸਾਹਿਬ ਵੀ ਉਹਨਾਂ ਨੂੰ ਪਿਆਰ ਭਰੇ ਬਚਨਾਂ ਰਾਹੀਂ ਸਮਝਾਉਂਦੇ ਨੇ। ਗੁਰਸਿੱਖਾਂ ਦੇ ਵਿਚਾਰ ਸਤਿਗੁਰੂ ਨੇ ਸੁਣੇ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਪਵਿੱਤਰ ਰਸਨਾ ਤੋਂ ਉਚਾਰਨ ਕਰਕੇ ਕਹਿਣ ਲੱਗੇ, ਨਿਕਟ ਪੰਚ ਜਬ ਗੁਰੂ ਪਧਾਰੇ। ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਏ, ਸ਼ਹਾਦਤ ਦਾ ਜਦੋਂ ਉਹਨਾਂ ਜਾਮ ਪੀਤਾ, ਤੇ ਜਿਹੜੇ 5 ਸਿੱਖ ਆਏ ਨੇ ਲਾਹੌਰ ਤੋਂ, ਉਹ 5 ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਸਜੇ ਨੇ। ਤੇ ਉਹਨਾਂ 5 ਸਿੱਖਾਂ ਨੂੰ ਕੋਲ ਬਿਠਾ ਕੇ ਕਹਿਣ ਲੱਗੇ, ਜਦੋਂ ਗੁਰੂ ਜੀ ਸ਼ਹਾਦਤ ਦਾ ਜਾਮ ਪੀਤਾ ਤੇ ਉਸ ਵੇਲੇ ਦੀ ਭਾਈ ਕੋਈ ਘਟਨਾ ਸਰਵਣ ਕਰਾਓ। ਅੰਤ ਸਮੇਂ ਕਿਮ ਕੀਏ ਫੁਰਮਾਵਣਾ। ਉਹਨਾਂ 5 ਸਿੱਖਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਕਹਿਣ ਲੱਗੇ, ਭਾਈ ਫਿਰ ਉਹ ਗੱਲ ਵਿਚਾਰ ਕੇ ਦੱਸੋ, ਉਚਾਰਨ ਕਰਕੇ ਦੱਸੋ ਜੋ ਗੁਰੂ ਅਰਜਨ ਦੇਵ ਜੀ ਨੇ ਜੋਤੀ ਜੋਤ ਜਾਂ ਸ਼ਹਾਦਤ ਵੇਲੇ ਬਚਨ ਆਪਣੀ ਰਸਨਾ ਤੋਂ ਫਰਮਾਏ ਨੇ, ਜੋ ਹੁਕਮ ਕੀਤਾ ਹੈ, ਭਾਈ ਉਹ ਬਚਨ ਵੀ ਸਾਨੂੰ ਸੁਣਾਓ। ਤੁਮ ਕੋ ਕੀਨਸ ਕਹਾ ਜਨਾਵਣਾ। ਉਹਨਾਂ ਨੇ ਸਾਨੂੰ ਕੀ ਹੁਕਮ ਕੀਤਾ ਤੇ ਤੁਹਾਨੂੰ ਕੀ ਕਿਹਾ ਵੀ ਸਾਨੂੰ ਜਾ ਕੇ ਦੱਸਣ ਬਾਰੇ। ਤੁਮ ਕੋ ਕੀਨਸ, ਤੁਹਾਨੂੰ ਕੀ ਕਿਹਾ, ਇਹ ਸਾਨੂੰ ਜਨਾ ਕੇ ਇਹ ਗੱਲ ਬੋਲ ਕੇ ਦੱਸੋ। ਧੰਨ ਗੁਰੂ ਅਰਜਨ ਦੇਵ ਜੀ ਨੇ ਕੀ ਸ਼ਬਦ ਕਹੇ, ਸੋ ਅਬ ਬਾਕਨ ਕਰੋ ਬਤਾਵਣਾ। ਸੋ ਉਹ ਬਚਨ ਜਿਹੜੇ ਨੇ, ਵਾਕ ਨੇ, ਗੁਰਵਾਕ, ਸਾਨੂੰ ਬਤਾ ਕੇ ਬੋਲ ਕੇ ਦੱਸੋ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਸਾਡੇ ਪ੍ਰਤੀ ਕੀ ਹੁਕਮ ਕੀਤਾ। ਸੁਨ ਹਮ ਧਰੈ ਮਹਿਦ ਸੁਖ ਪਾਵਣਾ। ਅਸੀਂ ਤੁਹਾਡੇ ਤੋਂ ਉਹ ਬਚਨ ਸੁਣ ਕੇ ਤੇ ਵੱਡਾ ਸੁੱਖ ਪ੍ਰਾਪਤ ਹੋਵੇਗਾ। ਸਾਨੂੰ ਵੀ ਬਚਨ ਸੁਣ ਕੇ ਮਹਿਦ ਸੁਖ ਪਾਵਣ। ਮਹਿਦ ਹੁੰਦਾ ਵੱਡਾ, ਵੱਡਾ ਸੁੱਖ ਪ੍ਰਾਪਤ ਕਰਾਂਗੇ ਜਦੋਂ ਅਸੀਂ ਸਤਿਗੁਰੂ ਦੇ ਕਹੇ ਹੋਏ ਬਚਨ ਤੁਹਾਡੀ ਰਸਨਾ ਤੋਂ ਭਾਈ ਸਰਵਣ ਕਰਾਂਗੇ। ਗੁਰ ਸਨੇਹ ਕੀ ਮਹਿਮਾ ਮਹਾ। ਤੇ ਸਾਧ ਸੰਗਤ ਫਿਰ ਸਤਿਗੁਰੂ ਦੇ ਸਿੱਖ ਕਹਿਣ ਲੱਗੇ, ਧੰਨ ਗੁਰੂ ਅਰਜਨ ਦੇਵ ਜੀ ਦੇ ਪਿਆਰ ਦੀ ਵਡਿਆਈ ਬਹੁਤ ਵੱਡੀ ਹੈ। ਤਜ ਹੈ ਗਿਆਨ ਮਿਲ ਰੋਜਤ ਤਹਾਂ। ਤੇ ਸਾਧ ਸੰਗਤ ਪਰ ਗੁਰਸਿੱਖ ਜਿਹੜੇ ਆ ਨਾ, ਉਹ ਗੁਰੂ ਨਾਲ ਪ੍ਰੇਮ ਵੀ ਕਰਦੇ ਤੇ ਗੁਰੂ ਦੇ ਪ੍ਰੇਮ ਦੀ ਵੱਡੀ ਮਹਿਮਾ ਨੂੰ ਵੀ ਜਾਣਦੇ ਨੇ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੀਤੇ ਹੋਏ ਪਰ ਉਪਕਾਰਾਂ ਨੂੰ ਚੇਤੇ ਜਦੋਂ ਕਰਦੇ ਆ, ਤੇ ਸਰੀਰ ਦੀ ਨਾਸਵੰਤਤਾ ਦਾ ਜੋ ਗਿਆਨ ਹੈ ਨਾ, ਨਾਸ਼ਮਾਨਤਾ ਦਾ, ਉਹਨੂੰ ਤਿਆਗ ਕੇ ਤੇ ਅੰਦਰ ਵੈਰਾਗ ਗੁਰਸਿੱਖਾਂ ਅੰਦਰ ਭਰ ਜਾਂਦਾ ਹੈ। ਕੇਤਕ ਧਿਆਨ ਠਾਨ ਭੇ ਮੌਨ। ਕਈ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਗੁਰਸਿੱਖ ਧਿਆਨ ਧਰ ਕੇ ਤੇ ਆਪਣੀ ਰਸਨਾ ਤੋਂ ਚੁੱਪ ਕਰਦੇ ਨੇ, ਚੁੱਪ ਕਰ ਜਾਂਦੇ ਨੇ। ਕੋਈ ਬਚਨ ਰਸਨਾ ਤੋਂ ਨਿਕਲਦਾ ਨਹੀਂ। ਜਦੋਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰਦੇ ਤੇ ਫਿਰ ਭਾਈ ਚੁੱਪ ਹੋ ਜਾਂਦੇ ਨੇ। ਗੁਣ ਸਿਮਰਤ ਉਚਰਤ ਸੁਖ ਪਾਉਣਾ। ਤੇ ਕਈ ਗੁਰਸਿੱਖ ਸੁੱਖਾਂ ਦੇ ਘਰ ਗੁਰੂ ਅਰਜਨ ਦੇਵ ਸਾਹਿਬ ਜੀ ਜੋ ਦੋਇਤਾ ਬਾਣੀ ਕਾ ਬੋਇਤਾ, ਸ਼ਹੀਦਾਂ ਦੇ ਸਰਤਾਜ ਨੇ। ਗੁਰੂ ਅਰਜਨ ਦੇਵ ਸਾਹਿਬ
ਬਾਣੀ ਕੇ ਬੋਇਤ, ਉਹਨਾਂ ਦੇ ਗੁਣਾਂ ਨੂੰ ਸਿਮਰਦੇ ਨੇ ਤੇ ਸੁੱਖਾਂ ਦੇ ਘਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਦੇ ਨੇ। ਸਭ ਕੀ ਦਸ਼ਾ ਦੇਖ ਬਿਰਧ ਭਾਈ, ਜਦੋਂ ਸਾਰਿਆਂ ਦੀ ਦਸ਼ਾ ਬਾਬਾ ਬੁੱਢਾ ਸਾਹਿਬ ਨੇ ਦੇਖੀ ਵੀ ਅੱਖਾਂ ਵਿੱਚ ਨੇਤਰਾਂ ਵਿੱਚ ਜਲ ਹੈ ਤੇ ਰਸਨਾ ਤੋਂ ਕਈ ਗੁਰਸਿੱਖਾਂ ਤੋਂ ਬੋਲਿਆ ਨਹੀਂ ਜਾਂਦਾ, ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਪਰ ਉਪਕਾਰੀ ਬਹੁਤ ਵੱਡੇ ਨੇ। ਤੇ ਸਭ ਦੀ ਦਸ਼ਾ ਵੇਖ ਕੇ ਫਿਰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਬ੍ਰਹਮ ਗਿਆਨ ਕੀ ਜਿਸ ਦ੍ਰਿੜਤਾਈ, ਭਾਈ ਬ੍ਰਹਮ ਗਿਆਨ ਦੀ ਬਾਬਾ ਬੁੱਢਾ ਜੀ ਦੇ ਹਿਰਦੇ ਵਿੱਚ ਦ੍ਰਿੜ ਕਰਕੇ ਬ੍ਰਹਮ ਗਿਆਨ ਹੈ। ਉਹਨਾਂ ਦਾ ਬਚਨ ਤੇ ਕੋਈ ਮੋੜਿਆ ਨਹੀਂ ਜਾ ਸਕਦਾ। ਉਹਨਾਂ ਦੇ ਬਚਨ ਅੱਗੇ ਤੇ 7 ਬਚਨ ਕਹਿਣਾ ਬਣਦਾ ਹੈ। ਬ੍ਰਹਮ ਗਿਆਨ ਜਿਸ ਬਾਬਾ ਬੁੱਢਾ ਸਾਹਿਬ ਦੇ ਹਿਰਦੇ ਵਿੱਚ ਦ੍ਰਿੜ ਸੀ, ਦੈਬੇ ਹੇਤ ਸਕਲ ਕੋ ਧੀਰਜ, ਤੇ ਬਾਬਾ ਬੁੱਢਾ ਸਾਹਿਬ ਜੀ ਸਭ ਨੂੰ ਧੀਰਜ ਦੇਣ ਵਾਸਤੇ, ਧੀਰਜ ਦੇ ਸ਼ਬਦ ਸੁਣਾਉਣ ਵਾਸਤੇ ਬਾਬਾ ਬੁੱਢਾ ਜੀ ਨੇ ਜਦੋਂ ਸਾਰਿਆਂ ਵੱਲ ਵੇਖਿਆ, ਗੁਰ ਕੋ ਜਸ ਕਹਿਬੇ ਅਰ ਬੀਰਜ, ਤੇ ਬਾਬਾ ਬੁੱਢਾ ਜੀ ਨੇ ਧੰਨ ਗੁਰੂ ਅਰਜਨ ਦੇਵ ਜੀ ਦਾ ਫਿਰ ਜਸ ਕੀਤਾ। ਤੇ ਬੀਰਜ ਦਾ ਅਰਥ ਹੁੰਦਾ ਤੇਜ ਪ੍ਰਤਾਪ। ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਦਾ ਤੇਜ ਪ੍ਰਤਾਪ ਤੇ ਸਾਧ ਸੰਗਤ ਜਸ ਕਹਿਆ, ਕਿਉਂਕਿ ਬਹੁਤ ਵੱਡੀ ਵਡਿਆਈ ਗੁਰੂ ਅਰਜਨ ਦੇਵ ਜੀ ਦੀ। ਸਾਧ ਸੰਗਤ ਬਾਦਸ਼ਾਹ ਅਕਬਰ ਵਰਗੇ ਸ਼ਰਧਾਲੂ ਬਣੇ। ਜਦੋਂ ਕਿਤੇ ਪੰਜਾਬ ਦੀ ਧਰਤੀ ਤੇ ਕਾਲ ਪੈਂਦਾ ਤੇ ਬਾਦਸ਼ਾਹ ਗੋਇੰਦਵਾਲ ਸਾਹਿਬ ਪਹੁੰਚਦਾ ਹੈ ਤੇ ਕਹਿੰਦਾ ਜੀ ਮੈਂ ਤੁਹਾਡੀ ਕੀ ਸੇਵਾ ਕਰਾਂ। ਗੁਰੂ ਅਰਜਨ ਦੇਵ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਕਾਰਜ ਤਾਂ ਵਾਹਿਗੁਰੂ ਦੇ ਸਹਾਰੇ ਚੱਲਦੇ ਨੇ, ਵਾਹਿਗੁਰੂ ਵਿੱਚ ਸਹਾਇਕ ਨੇ। ਜੇ ਤੁਸੀਂ ਕੁਝ ਕਰਨਾ ਤੇ ਪੰਜਾਬ ਦੇ ਲੋਕਾਂ ਦਾ ਮਾਲੀਆ ਮੁਆਫ ਕਰੋ। ਜਦੋਂ ਸਰਬ ਸਾਂਝਾ ਕਾਰਜ ਗੁਰੂ ਅਰਜਨ ਦੇਵ ਜੀ ਨੇ ਕੀਤਾ ਤੇ ਬਹੁਤ ਵੱਡਾ ਸੰਗਠਨ ਪੈਦਾ ਹੁੰਦਾ ਹੈ। ਲੋਕਾਂ ਦੇ ਮਨਾਂ ਵਿੱਚ ਸਤਿਕਾਰ ਵੱਧਦਾ ਹੈ, ਪਿਆਰ ਵੱਧਦਾ ਹੈ। ਬਾਬਾ ਬੁੱਢਾ ਸਾਹਿਬ ਨੇ ਜੁੜੀ ਹੋਈ ਸੰਗਤ ਨੂੰ ਗੁਰੂ ਕਾ ਜਸ ਕਹਿਆ ਤੇ ਤੇਜ ਪ੍ਰਤਾਪ ਦੀ ਬਾਬਾ ਬੁੱਢਾ ਜੀ ਨੇ ਕਥਾ ਸਰਵਣ ਕਰਾਈ। ਦੋਹਰਾ ਬੋਲਿਓ ਚਾਹਤ ਪ੍ਰਬੋਧ ਵੀ ਸ੍ਰੀ ਗੁਰੂ ਹਰਗੋਬਿੰਦ, ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਕੇ ਇੱਕ ਬਚਨ ਕਿਹਾ। ਉਹ ਕੀ ਬਚਨ ਹੈ ਕਵੀ ਜੀ ਅੱਗੇ ਦੱਸਦੇ ਨੇ। ਸ਼ੋਕ ਨਿਵਾਰਨ ਸਕਲ ਕੋ ਬੈਠੇ ਦਾਸ ਜੇ ਬ੍ਰਿੰਦ, ਕਹਿਣ ਲੱਗੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਸਮੂਹ ਸਿੱਖ ਬੈਠੇ ਨੇ, ਇਹਨਾਂ ਨੂੰ ਤੁਸੀਂ ਹੁਣ ਉਪਦੇਸ਼ ਦੀ ਕਿਰਪਾ ਕਰੋ, ਕੋਈ ਆਪਣੀ ਰਸਨਾ ਤੋਂ ਉਪਦੇਸ਼ ਦਿਓ, ਕਿਉਂਕਿ ਤੁਹਾਡੀ ਰਸਨਾ ਤੋਂ ਉਪਦੇਸ਼ ਸੁਣਨ ਵਾਸਤੇ ਸੰਗਤ ਬੈਠੀ ਹੈ। ਤੇ ਦੂਜਾ ਬਚਨ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਜਿਹੜਾ ਸ਼ੋਕ ਹੈ ਨਾ, ਇੱਕ ਤਾਂ ਉਹ ਅੰਦਰ ਦਾ ਦੁੱਖ ਨਿਵਾਰ ਦਿਓ, ਪੀੜਾ ਖਤਮ ਕਰ ਦਿਓ, ਜਿਹੜੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਦੀ ਸਿੱਖਾਂ ਦੇ ਅੰਦਰ ਪੀੜ ਹੈ, ਇੱਕ ਤਾਂ ਉਹਦਾ ਕਸ਼ਟ ਨਿਵਾਰ ਦਿਓ। ਤੇ ਜਿੰਨੇ ਵੀ ਦਾਸ ਸਜੇ ਨੇ ਸਾਰੇ ਦਾਸਾਂ ਨੂੰ ਬੈਠ ਕੇ ਕੋਈ ਉਪਦੇਸ਼ ਦੀ ਕਿਰਪਾ ਵਰਤਾਓ। ਬਾਬਾ ਬੁੱਢਾ ਜੀ ਨੇ ਉਪਦੇਸ਼ ਵਾਸਤੇ ਇੱਛਾ ਜ਼ਾਹਰ ਕੀਤੀ। ਦੋਹਰਾ ਹਰ ਗੋਬਿੰਦ ਯਾਰ ਬ੍ਰਿੰਦ ਸਿੱਖ ਰੁਦਤ ਸੁਸ਼ੋਕ ਬਿਲੰਦ, ਕਵੀ ਜੀ ਕਹਿੰਦੇ ਸਮੂਹ ਸਿੱਖ ਤੇ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸਿੱਖਾਂ ਦੇ ਪਾਸੋਂ ਲਾਹੌਰ ਦੀ ਘਟਨਾ ਸਰਵਣ ਕਰਦੇ ਤੇ ਉਹਨਾਂ ਅੰਦਰ ਭਾਰੀ ਬੈਰਾਗ ਪੈਦਾ ਹੁੰਦਾ ਹੈ। ਦੇਖਤ ਭਾਖਤ ਬ੍ਰਿਧ ਤਬ ਕੀਜਾ ਖੇਦ ਨਿਕੰਦ, ਤੇ ਬਾਬਾ ਬੁੱਢਾ ਜੀ ਨੇ ਦੇਖਿਆ ਸਾਰਿਆਂ ਵੱਲ ਤੇ ਫਿਰ ਦੇਖ ਕੇ ਭਾਖਤ ਹੁੰਦਾ ਬੋਲਣਾ ਕਹਿਣਾ। ਸਾਰਿਆਂ ਦੀ ਹਾਲਤ ਵੇਖ ਕੇ ਬਾਬਾ ਬੁੱਢਾ ਜੀ ਕਹਿਣ ਲੱਗੇ ਭਾਈ ਪਹਿਲਾ ਕੰਮ ਇਹ ਕਰੋ ਵੀ ਆਪਣੇ ਅੰਦਰੋਂ ਜਿਹੜਾ ਖੇਦ ਹੈ ਨਾ, ਦੁੱਖ, ਉਹ ਦੂਰ ਕਰੋ। ਦੁੱਖ ਦੂਰ ਕਰਨ ਤੋਂ ਬਿਨਾ ਗੁਰੂ ਕੀ ਮਹਿਮਾ ਨੂੰ ਸਮਝਣਾ ਬੜਾ ਕਠਿਨ ਹੁੰਦਾ ਹੈ। ਤੇ ਸਭ ਤੋਂ ਪਹਿਲਾਂ ਆਪਣਾ ਦੁੱਖ ਦੂਰ ਕਰਕੇ ਤੇ ਸਾਧ ਸੰਗਤ ਸਤਿਗੁਰੂ ਜੀ ਦੇ ਹੁਕਮ ਮੁਤਾਬਕ ਬਾਬਾ ਬੁੱਢਾ ਜੀ ਕਹਿਣ ਲੱਗੇ ਭਾਈ ਦੁੱਖ ਦੂਰ ਕਰੋ। ਤੇ ਸਾਰਿਆਂ ਦੀ ਹਾਲਤ ਜਦੋਂ ਬਾਬਾ ਜੀ ਨੇ ਦੇਖੀ, ਚੌਪਈ
ਸਤਿਗੁਰ ਨੇ ਸੋਚਨ ਕੇ ਜੋਗ। ਬਾਬਾ ਬੁੱਢਾ ਸਾਹਿਬ ਨੇ ਜਿਹੜੀ ਗੁਰੂ ਘਰ ਦੀ ਵਡਿਆਈ ਕੀਤੀ ਹੈ ਨਾ, ਕੋਈ ਵੀ ਮਹਾਨ ਪੁਰਖ ਬਾਬਾ ਬੁੱਢਾ ਸਾਹਿਬ ਜੈਸਾ ਹੋਵੇ ਤੇ ਉਹਨਾਂ ਦੀ ਰਸਨਾ ਤੋਂ ਗੁਰੂ ਘਰ ਦੀ ਵਡਿਆਈ ਸ਼ੋਭਾ ਵਾਲੀ ਵੀ ਹੁੰਦੀ ਹੈ। ਤੇ ਬਾਬਾ ਬੁੱਢਾ ਸਾਹਿਬ ਦੀ ਰਸਨਾ ਤੋਂ ਜੋ ਬਚਨ ਨਿਕਲਦਾ ਹੈ ਉਹ ਬਿਲਕੁਲ ਸੱਚ ਹੁੰਦਾ ਹੈ। ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਭਾਈ ਤੁਹਾਡੀਆਂ ਨੇਤਰਾਂ ਵਿੱਚੋਂ ਕਦੀ ਕਦੀ ਜਲ ਪ੍ਰਗਟ ਹੁੰਦਾ ਹੈ ਤੇ ਧੰਨ ਗੁਰੂ ਅਰਜੁਨ ਦੇਵ ਐਸੇ ਪਰ ਉਪਕਾਰੀ ਸਤਿਗੁਰੂ, ਉਹਨਾਂ ਦਾ ਸੋਗ ਕਰਨਾ, ਅਫਸੋਸ ਕਰਨਾ, ਇਹ ਤੇ ਕਿਸੇ ਵੀ ਢੰਗ ਤਰੀਕੇ ਨਾਲ ਯੋਗ ਨਹੀਂ, ਇਹ ਜਾਇਜ਼ ਨਹੀਂ। ਆਪਾਂ ਸੋਗ ਤਾਂ ਉਹਨਾਂ ਦਾ ਕਰੋ ਜਿਹੜੇ ਜੀਵਨ ਦੀ ਲੀਲਾ ਗਵਾ ਕੇ ਜਾਂਦੇ ਆ। ਗੁਰੂ ਅਰਜਨ ਦੇਵ ਜੀ ਦਾ ਜੀਵਨ ਤੇ ਪ੍ਰੇਰਨਾ ਸਰੋਤ ਹੈ, ਉਹਨਾਂ ਦੇ ਸ਼ਹਾਦਤ ਦਾ ਸੋਗ ਅਫਸੋਸ ਨਹੀਂ, ਨਾ ਕਿਸੇ ਢੰਗ ਤਰੀਕੇ ਨਾਲ ਯੋਗ ਹੀ ਹੈ ਕਰਨਾ। ਉਹਨਾਂ ਦੀ ਸ਼ਹਾਦਤ ਤੋਂ ਤੇ ਪ੍ਰੇਰਨਾ ਲਈਦੀ ਹੈ। ਸਤਿਗੁਰ ਨੇ ਸੋਚਣ ਕੋ ਜੋਗ, ਸਤਿਗੁਰੂ ਦਾ ਕਦੀ ਵੀ ਅਫਸੋਸ ਕਰਨਾ ਯੋਗ ਨਹੀਂ। ਸੁਜਸ ਬਿਥਾਰਿਓ 14 ਸਲੋਕ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਗੁਰ ਸਿੱਖੋ, ਧੰਨ ਗੁਰੂ ਅਰਜੁਨ ਦੇਵ ਜੀ ਦਾ ਜਿਹੜਾ ਸ੍ਰੇਸ਼ਟ ਜਸ ਹੈ ਉਹ ਤੇ 14 ਲੋਕਾਂ ਵਿੱਚ ਉਹਦਾ ਫੈਲਾਅ ਹੈ, ਵਿਸਥਾਰ ਹੈ। ਉਹ ਤੇ ਸਦਾ ਹੀ ਨਗਾਰੇ ਗੁਰੂ ਅਰਜੁਨ ਦੇਵ ਜੀ ਦੇ ਗੂੰਜਦੇ ਰਹਿਣੇ ਆ। ਸਦਾ ਹੀ ਉਹਨਾਂ ਦਾ ਸ੍ਰੇਸ਼ਟ ਜਸ ਦੁਨੀਆ ਤੇ ਹੁੰਦਾ ਰਹਿਣਾ ਹੈ। ਉਹਨਾਂ ਦਾ ਅਫਸੋਸ ਕਰਨਾ ਯੋਗ ਨਹੀਂ। ਉਹਨਾਂ ਤੇ ਆਪਣਾ ਸ੍ਰੇਸ਼ਟ ਜਸ ਦੁਨੀਆ ਭਰ ਵਿੱਚ ਉਸ ਦਾ ਵਿਸਥਾਰ ਕੀਤਾ ਹੈ। ਘਨ ਸਮਾਨ ਤਨ ਧਰ ਬਿਦਤਾਵੈ। ਘਨ ਹੁੰਦੇ ਨੇ ਬੱਦਲ ਤੇ ਸਮਾਨ ਹੁੰਦਾ ਬਰਾਬਰ। ਗੁਰੂ ਅਰਜਨ ਦੇਵ ਜੀ ਦੇ ਬਾਰੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਜਿਸ ਤਰ੍ਹਾਂ ਬੱਦਲ ਆਕਾਸ਼ ਤੇ ਆਉਂਦਾ ਹੈ ਨਾ ਤੇ ਉਹ ਪਰ ਉਪਕਾਰ ਕਰਕੇ ਠੰਡ ਵਰਤਾਉਂਦਾ ਹੈ। ਗੁਰੂ ਅਰਜਨ ਦੇਵ ਜੀ ਦਾ ਜਿਹੜਾ ਤਨ ਸਰੀਰ ਹੈ ਨਾ, ਉਹਨਾਂ ਧਾਰਨ ਕਰਕੇ ਉਹ ਜਗਤ ਵਿੱਚ ਪ੍ਰਗਟ ਹੋਏ। ਉਹ ਤੇ ਬੱਦਲ ਦੀ ਸਮਾਨ, ਜਿਵੇਂ ਬੱਦਲ ਵਰਸ ਕੇ ਮੀਂਹ ਪਾ ਕੇ ਲੋਕਾਂ ਨੂੰ ਠੰਡ ਦਿੰਦਾ ਹੈ। ਧੰਨ ਗੁਰੂ ਅਰਜਨ ਦੇਵ ਦੀ ਸ਼ਹਾਦਤ ਨੇ ਦੁਨੀਆ ਨੂੰ 20 ਰੱਸੀ ਬਲ ਬਖਸ਼ਿਆ ਤੇ ਬਖਸ਼ਣਾ ਹੈ ਭਾਈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਬੱਦਲ ਦੇ ਸਮਾਨ ਦੁਨੀਆ ਵਿੱਚ ਤਨ ਧਾਰ ਕੇ ਪ੍ਰਗਟ ਹੋਏ। ਜਗ ਕਾਰਜ ਕਰ ਬਹੁਰ ਬਿਲਾਵੈ। ਉਹ ਜਗਤ ਦੇ ਕਾਰਜ ਕਰਕੇ ਤੇ ਫਿਰ ਸਾਧ ਸੰਗਤ ਵਿਚਰਦੇ ਨੇ। ਬਹੁਤ ਪਰ ਉਪਕਾਰ ਦੇ ਕਾਰਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤੇ। ਪਰਮ ਧਾਮ ਬੈਕੁੰਠ ਸਿਧਾਰੈ। ਤੇ ਗੁਰਸਿੱਖਾਂ ਨੂੰ ਬਾਬਾ ਬੁੱਢਾ ਜੀ ਕਹਿਣ ਲੱਗੇ, ਧੰਨ ਗੁਰੂ ਅਰਜਨ ਦੇਵ ਜੀ ਪ੍ਰਮਾਤਮਾ ਦੇ ਘਰ ਵਿੱਚ ਪਹੁੰਚ ਗਏ ਨੇ। ਬ੍ਰਿੰਦ ਆਨੰਦ ਬਿਲੰਦ ਬਿਹਾਰੈ। ਉਹ ਬਹੁਤ ਆਨੰਦ ਤੇ ਵੱਡੇ ਆਨੰਦ ਦੇ ਸਹਿਤ ਉੱਥੇ ਵਿਚਰਦੇ ਨੇ। ਉਹ ਤੇ ਪਰਮ ਪਿਤਾ ਪ੍ਰਮਾਤਮਾ ਦੇ ਘਰ ਚਲੇ ਗਏ ਨੇ। ਕਰ ਗਾਦੀ ਪਰ ਪੁੱਤਰ ਆਬਾਦੀ। ਉਹ ਆਪਣੇ ਸਪੁੱਤਰ, ਆਪਣੇ ਸਾਹਿਬਜ਼ਾਦੇ ਨੂੰ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਤੇ ਬਿਰਾਜਮਾਨ ਅਸਥਿਤ ਕਰਕੇ ਭਏ ਸਰੂਪ ਲੀਨ ਨਿਜ ਆਦੀ। ਉਹ ਆਪਣੇ ਮੁੱਢਲੇ ਸਰੂਪ ਵਿੱਚ ਹੀ ਗੁਰੂ ਅਰਜਨ ਦੇਵ ਜੀ ਮਾਲਕ ਸਤਿਗੁਰੂ ਲਿਵਲੀਨ ਹੋਏ ਨੇ। ਜੇ ਕਾਰਜ ਕਰਬੇ ਕਹੋ ਆਈ। ਜਿਹੜੇ ਕਾਰਜ ਕਰਨ ਵਾਸਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਏ ਸਨ, ਨੀਕੇ ਪੂਰਨ ਕਰ ਸਮੁਦਾਏ। ਉਹਨਾਂ ਨੇ ਸਾਰੇ ਕਾਰਜ ਬੜੇ ਚੰਗੇ ਤਰੀਕੇ ਨਾਲ ਕਰਕੇ ਤੇ ਪਾਤਸ਼ਾਹ ਗੁਰੂ ਅਰਜਨ ਦੇਵ ਪਰਮ ਪਿਤਾ ਪ੍ਰਮਾਤਮਾ ਦੇ ਘਰ ਗਏ ਨੇ। ਪੂਰਨਤਾ ਦਿਖਾਏ ਬ੍ਰਹਮ ਗਿਆਨੀ। ਗੁਰੂ ਅਰਜਨ ਦੇਵ ਜੀ ਨੇ ਬ੍ਰਹਮ ਗਿਆਨਤਾ ਵਾਲੀ ਸੰਪੂਰਨਤਾ ਦਿਖਾਈ ਹੈ। ਜਿਸ ਜਬ ਕੀ ਬਰਤਨ ਸਹਿਜ ਸੁਭਾਏ। ਜਬ ਕੀ ਬਰਤਨ ਸਹਿਜ ਸੁਭਾਏ। ਜੇ ਜਿਨ੍ਹਾਂ ਦਾ ਜਿਹੜਾ ਸੁਭਾਅ ਸੀ ਨਾ ਵਰਤਨ ਵਾਲਾ, ਗੁਰੂ ਅਰਜਨ ਦੇਵ ਜੀ ਦਾ ਵਰਤੋਂ ਵਿਹਾਰ ਉਹ ਬੜੇ ਸ਼ਾਂਤ ਚਿੱਤ ਸਹਿਜ ਸੁਭਾਅ ਵਾਲਾ ਸੀ। ਭਾਵ ਜਗਤ ਨਾਲ ਉਹਨਾਂ ਦਾ ਵਰਤੋਂ ਵਿਹਾਰ ਬੜਾ ਪਵਿੱਤਰ ਸੀ। ਬਿਨਾ ਯਤਨ ਜਿਮ ਹੋਤੀ ਜਾਏ। ਉਹ ਕਾਰਜ ਬਿਨਾ ਯਤਨ ਤੇ ਜਿਵੇਂ ਹੋ ਜਾਂਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਦਾ ਵਰਤੋਂ ਵਿਹਾਰ ਜਗਤ ਨਾਲ ਬੜਾ ਸੁਤੇ ਸਿੱਧ ਸੀ। ਭਗਤ ਕਬੀਰ ਨਾਮ ਦਿਓ ਆਦ। ਤੇ ਫਿਰ ਕਵੀ ਜੀ ਨੇ ਉਦਾਹਰਨ ਦਿੱਤੀ, ਜਿਵੇਂ ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਸਾਹਿਬ ਜੀ,
ਤੇ ਹੋਰ ਭਗਤਾਂ ਦਾ। ਭੀਰ ਭਰੀ ਕੀਨਸ ਪ੍ਰਭ ਯਾਦ। ਜਦੋਂ ਭਗਤਾਂ ਦੇ ਉੱਪਰ ਵੀ ਭੀੜ ਬਣਦੀ ਰਹੀ ਤੇ ਪ੍ਰਭੂ ਨੂੰ ਯਾਦ ਕਰਨ ਦੇ ਨਾਲ ਉਸ ਭੀੜਾ ਦਾ ਸੰਕਟ ਖਤਮ ਹੁੰਦਾ ਰਿਹਾ। ਸੋ ਨਾਨਤ ਪਾਰ ਫੁਰਨਾ ਕਰਹਿ ਨਾ। ਸੋ ਨਾਨਤ ਪਰ ਫੁਰਨਾ ਕਰੇ ਨਾ। ਨਾਨਾਪਨ ਭਾਵ ਸਾਧ ਸੰਗਤ ਭਾਂਤ ਭਾਂਤ ਦਾ, ਜਿਸ ਦਾ ਆਪਾਂ ਅਰਥ ਕਰਾਂਗੇ। ਜਿਹੜੇ ਗੁਰਮੁਖ ਨੇ ਨਾ, ਧੰਨ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਬਚਨ ਕਰਕੇ ਕਹਿਣ ਲੱਗੇ, ਗੁਰਮੁਖੋ ਜਿਹੜੇ ਨਾਨਾ ਤਰ੍ਹਾਂ ਦੇ ਫੁਰਨੇ ਨੇ, ਸੰਕਲਪ ਹੈ, ਉਹ ਗੁਰਮੁਖਾਂ ਦੇ ਤਰ੍ਹਾਂ ਅੰਦਰ ਕਦੀ ਨਹੀਂ ਉੱਠਦੇ। ਆਪਨ ਸਰੂਪ ਲਖੇ ਅਨੰਤਰ ਹੈ ਨਾ। ਆਪਣੇ ਸਰੂਪ ਨੂੰ ਹੀ ਗੁਰਮੁਖ ਜਾਣਦੇ ਤੇ ਹੋਰ ਕਿਸੇ ਨੂੰ ਦਿਲ ਵਿੱਚ ਧਾਰਨ ਨਹੀਂ ਕਰਦੇ। ਅਸ ਸੁਆਮੀ ਨਹਿ ਸੋਚਣ ਜੋਗ। ਇਸ ਤਰ੍ਹਾਂ ਗੁਰੂ ਅਰਜੁਨ ਦੇਵ ਪਾਤਸ਼ਾਹ ਦਾ ਕਦੀ ਵੀ ਅਫਸੋਸ ਕਰਨਾ ਯੋਗ ਨਹੀਂ। ਕਿਰਪਾ ਤਿਨਹੁ ਉਦਰੇ ਬਹੁ ਲੋਗ। ਉਹਨਾਂ ਦੀ ਕਿਰਪਾ ਕਰਕੇ ਧੰਨ ਗੁਰੂ ਅਰਜੁਨ ਦੇਵ ਜੀ ਦੀ ਰਹਿਮਤ ਨਾਲ ਬਹੁਤ ਵੱਡਾ ਸੰਸਾਰ ਦਾ ਉਧਾਰ ਹੋਇਆ ਹੈ। ਪੂਰਬ ਪੁੰਨਨ ਫਲ ਕੋ ਪਾਏ। ਤੇ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਜਿਵੇਂ ਪੂਰਬਲੇ ਚੰਗੇ ਕਰਮਾਂ ਦੇ ਸਦਕਾ ਜੀ ਭੋਗ ਵਿਸ਼ੈ ਜਗ ਚਲੇ ਗਵਾਏ। ਹੁਣ ਉਹ ਉਦਾਹਰਨ ਦਿੱਤੀ ਹੈ ਵੀ ਸੋਗ ਕਿਹਨਾਂ ਦਾ ਕਰਨਾ ਚਾਹੀਦਾ ਹੈ। ਇਹ ਤੇ ਪਤਾ ਲੱਗ ਗਿਆ ਵੀ ਗੁਰੂ ਅਰਜੁਨ ਦੇਵ ਜੀ ਦੇ ਪਰਉਪਕਾਰੀ ਇੰਨੇ ਵੱਡੇ ਨੇ, ਉਹਨਾਂ ਦਾ ਸੋਗ ਨਹੀਂ, ਉਹਨਾਂ ਦੇ ਤੇ ਜੀਵਨ ਤੋਂ ਪ੍ਰੇਰਨਾ ਲੈ ਕੇ ਤੇ ਪ੍ਰਮਾਤਮਾ ਨਾਲ ਜੁੜਨਾ ਹੈ, ਪਰ ਉਪਕਾਰ ਦੇ ਕਾਰਜ ਕਰਨੇ। ਤੇ ਫਿਰ ਬਾਬਾ ਬੁੱਢਾ ਜੀ ਨੇ ਉਦਾਹਰਨ ਦਿੱਤੀ ਜੋ ਕਵੀ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਵਿੱਚ ਦਰਜ ਕੀਤੀ। ਬਾਬਾ ਜੀ ਕਹਿਣ ਲੱਗੇ, ਜਿਹੜੇ ਪੂਰਬਲੇ ਚੰਗੇ ਕਰਮ ਹੁੰਦੇ ਆ ਨਾ, ਪੁੰਨਨ ਭਾਵ ਚੰਗੇ ਕਰਮ, ਜਿਵੇਂ ਚੰਗੇ ਕਰਮਾਂ ਦਾ ਸਦਕਾ ਫਲ ਪ੍ਰਾਪਤ ਹੁੰਦਾ ਹੈ। ਭੋਗ ਵਿਸ਼ੈ ਜਗ ਚਲੇ ਗਵਾਏ। ਪਰ ਜਿਹੜੇ ਲੋਕ ਐਸ਼ ਪ੍ਰਸਤੀ ਕਰਦੇ ਆ ਨਾ, ਉਹ ਚੰਗੇ ਕਰਮਾਂ ਦੇ ਫਲ ਸਦਕਾ ਪ੍ਰਾਪਤ ਹੋਏ ਪਦਾਰਥ ਉਹਨਾਂ ਦੀ ਆੜ ਵਿੱਚ ਹੀ ਜਗਤ ਵਿੱਚ ਵਿਸ਼ੇ ਵਿਕਾਰ ਭੋਗ ਕੇ ਆਪਣੀ ਉਮਰ ਗਵਾ ਕੇ ਚਲੇ ਜਾਂਦੇ ਆ। ਪਰ ਜੇ ਵਾਹਿਗੁਰੂ ਨੇ ਸੁੱਖ ਦਿੱਤੇ ਨੇ ਤੇ ਉਸ ਸੁੱਖ ਦੇਣ ਵਾਲੇ ਕਰਤਾ ਪੁਰਖ ਦਾ ਸ਼ੁਕਰਾਨਾ ਸਦਾ ਕਰਨਾ ਚਾਹੀਦਾ। ਬਾਬਾ ਬੁੱਢਾ ਸਾਹਿਬ ਜੀ ਇਹ ਬਚਨ ਸੰਗਤ ਨਾਲ ਕਰਦੇ ਨੇ। ਭਗਤ ਨਾ ਜੋਗ ਨਾ ਗਿਆਨ ਵਿਰਾਗੇ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਵੈਰਾਗ ਕਰਨ ਵਾਲੇ ਗੁਰਸਿੱਖੋ, ਜਿਹੜੇ ਜਗਤ ਵਿੱਚ ਨਾ ਭਗਤੀ ਨਾਲ ਜੁੜਦੇ ਨੇ, ਨਾ ਯੋਗ ਗਿਆਨ ਤੇ ਨਾ ਸੱਚੇ ਵੈਰਾਗ ਨਾਲ ਜੁੜਦੇ ਨੇ, ਜਿਹੜੇ ਕੇਵਲ ਵਿਸ਼ੇ ਵਿਕਾਰਾਂ ਵਿੱਚ ਹੀ ਆਪਣੀ ਉਮਰ ਗਵਾ ਜਾਂਦੇ ਨੇ, ਸੇ ਸੋਚਣ ਕੇ ਜੋਗ ਕੁਭਾਏ। ਉਹਨਾਂ ਕੁਭਾਗੇ ਖੋਟੇ ਭਾਗਾਂ ਵਾਲੇ ਬੰਦਿਆਂ ਬਾਰੇ ਅਫਸੋਸ ਕਰਨਾ ਚਾਹੀਦਾ ਹੈ, ਜਿਹੜੇ ਰੱਬ ਦੀ ਕਿਰਪਾ ਨੂੰ ਨਾ ਬਣਾ ਕੇ ਰੱਖ ਸਕੇ ਤੇ ਵਿਸ਼ੇ ਵਿਕਾਰ ਭੋਗਦੇ ਰਹੇ। ਗੁਰੂ ਅਰਜਨ ਦੇਵ ਜੀ ਦਾ ਸੋਗ ਅਫਸੋਸ ਕੀ ਕਰਨਾ ਹੈ, ਉਹ ਤੇ ਪਰ ਉਪਕਾਰ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ। ਸੋਗ ਉਹਨਾਂ ਖੋਟੇ ਭਾਗਾਂ ਵਾਲਿਆਂ ਦਾ ਕਰੋ, ਜਿਹੜੇ ਨਾ ਭਗਤੀ ਨਾਲ, ਨਾ ਯੋਗ ਗਿਆਨ ਨਾਲ ਤੇ ਨਾ ਹੀ ਵੈਰਾਗ ਨਾਲ ਜੁੜੇ ਨੇ। ਨਰਤਨ ਜਿਨੋ ਅਕਾਰਥ ਖੋਵਾ। ਕਹਿਣ ਲੱਗੇ, ਨਰਤਨ ਜਿਨੋ ਅਕਾਰਥ ਖੋਵਾ, ਜਿਹੜੇ ਮਨੁੱਖਾਂ ਨੇ ਆਪਣਾ ਸਰੀਰ ਜਨਮ ਅਕਾਰਥ ਭਾਵ ਵਿਅਰਥ ਗਵਾ ਲਿਆ। ਸਤਨਾਮ ਨਹਿ ਸਿਮਰਨ ਹੋਵਾ। ਜਿਨ੍ਹਾਂ ਦੇ ਪਾਸੋਂ ਭਾਈ ਸਤਨਾਮ ਵਾਹਿਗੁਰੂ ਦਾ ਸਿਮਰਨ ਨਹੀਂ ਹੋਇਆ, ਭਾਵ ਜਿਨ੍ਹਾਂ ਆਪਣਾ ਤਨ ਜਨਮ ਵਿੱਚ ਜੋ ਤਨ ਮਿਲਿਆ ਹੈ ਉਹ ਵੀ ਗਵਾ ਲਿਆ ਹੈ, ਵਿਸ਼ੇ ਵਿਕਾਰ ਭੋਗ ਕੇ ਗਵਾ ਲਿਆ। ਤੇ ਸਾਧ ਸੰਗਤ ਸਤਿਗੁਰੂ ਜੀ ਦੇ ਬਾਰੇ ਕਵੀ ਜੀ ਕਹਿੰਦੇ ਨੇ, ਜਿਨ੍ਹਾਂ ਨੇ ਫਿਰ ਸਤਨਾਮ ਵਾਹਿਗੁਰੂ ਦਾ ਕਦੀ ਸਿਮਰਨ ਵੀ ਨਹੀਂ ਕੀਤਾ। ਫਾਸੀ ਪਰੇ ਗਏ ਜਮ ਲੋਗ। ਜਿਹੜੇ ਜਮ ਲੋਕ ਦੀ ਜਿਨ੍ਹਾਂ ਦੇ ਗਲ ਵਿੱਚ ਭਾਈ ਫਾਸੀ ਪੈ ਗਈ, ਸੋ ਮੂਰਖ ਸੋਚਣ ਕੇ ਜੋਗ। ਉਹ ਮੂਰਖ ਬੰਦੇ ਅਫਸੋਸ ਕਰਨ ਦੇ ਯੋਗ ਨੇ, ਜਿਨ੍ਹਾਂ ਨੇ ਮਨੁੱਖਾ ਜਨਮ ਵੀ ਧਾਰਨ ਕੀਤਾ ਪਰ ਅਜਾਈਂ ਗਵਾ ਲਿਆ, ਨਾ ਭਗਤੀ ਕੀਤੀ ਨਾ ਗਿਆਨ ਵੈਰਾਗ। ਉਹਨਾਂ ਮੂਰਖ ਬੰਦਿਆਂ ਦਾ ਜ਼ਰੂਰ ਅਫਸੋਸ ਕਰੋ, ਜਿਹੜੇ ਸਤਨਾਮ ਨਾਲੋਂ ਵੀ ਟੁੱਟੇ ਰਹੇ, ਵਾਹਿਗੁਰੂ ਨਾਮ ਕਹਿਣ ਤੋਂ ਗੁਰੇਜ਼ ਕਰਦੇ ਰਹੇ ਤੇ ਫਾਈ ਪੈ ਗਈ ਜਮਾਂ ਦੀ ਗਲ ਵਿੱਚ।
ਉਹਨਾਂ ਬੰਦਿਆਂ ਨੂੰ ਜ਼ਰੂਰ ਉਹਨਾਂ ਦਾ ਅਫਸੋਸ ਕਰੋ। ਮਰ ਕਰ ਬਹੁ ਜੋਨੀ ਪਰਮਾਵੈ, ਜਿਹੜੇ ਮਰ ਕਰਕੇ ਤੇ ਬਹੁਤ ਜੂਨੀਆਂ ਵਿੱਚ ਭਟਕਦੇ ਨੇ, ਭਾਵ ਬਾਰ-ਬਾਰ ਜਨਮ ਲੈਂਦੇ ਨੇ, ਜੂਨਾਂ ਵਿੱਚ ਹੀ ਜਿਹੜੇ ਭਟਕਦੇ ਨੇ। ਕਰੇ ਪਾਪ ਕੈ ਨਰਕ ਸਿਧਾਵੈ, ਜਿਹੜੇ ਪਾਪ ਕਰਮ ਕਮਾਉਂਦੇ ਤੇ ਨਰਕਾਂ ਵਿੱਚ ਚਲੇ ਜਾਂਦੇ ਨੇ, ਨਰਕਾਂ ਵਰਗੀ ਜ਼ਿੰਦਗੀ ਜਿਉਂਦੇ ਨੇ। ਜਿਨ ਕਬਹੂ ਸਤ ਸੰਗ ਨਾ ਕਰੇ, ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਭਾਈ ਜਿਨ੍ਹਾਂ ਨੇ ਕਦੀ ਗੁਰੂ ਕੀ ਸਤ ਸੰਗਤ ਨਹੀਂ ਕੀਤੀ, ਜੋ ਸਤ ਸੰਗਤ ਵਿੱਚ ਕਦੀ ਨਹੀਂ ਆਏ। ਅਸਲ ਨਾਮ ਦੀ ਜੜ ਤਾਂ ਸਤ ਸੰਗਤ ਵਿੱਚੋਂ ਹੀ ਮਨ ਵਿੱਚ ਲੱਗਦੀ ਹੈ। ਤੇ ਜਦੋਂ ਆਪਾਂ ਸਤ ਸੰਗਤ ਕਰਦੇ ਹਾਂ, ਗੁਰੂ ਦੀ ਸਤ ਸੰਗਤ ਕਰਦੇ ਹਾਂ, ਤੇ ਪਾਤਸ਼ਾਹ ਦੇ ਪਾਵਨ ਬਚਨ ਵੀ ਨੇ, ਸਤ ਸੰਗਤ ਕੈਸੀ ਜਾਣੀਐ ਜਿੱਥੈ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ 부ਝਾਏ ਜੀਓ। ਅਸਲ ਵਿੱਚ ਸਤ ਸੰਗਤ ਹੀ ਉਹ ਹੈ ਜੋ ਸਤ ਨਾਲ ਸਾਨੂੰ ਜੋੜਦੀ ਹੈ, ਤੇ ਸਤ ਨਾਲ ਜੁੜਿਆਂ ਜਿੱਥੋਂ ਪ੍ਰਾਪਤੀ ਹੁੰਦੀ ਹੈ। ਤੇ ਜਿਹੜੇ ਬੰਦੇ ਨੇ ਕਦੀ ਸਤ ਸੰਗਤ ਵਿੱਚ ਹੀ ਨਹੀਂ ਗਿਆ, ਕਦੀ ਸਤ ਸੰਗਤ ਕੀਤੀ ਨਹੀਂ, ਜਾਂ ਸਾਧ ਸੰਗਤ ਕਰਨ ਵਾਸਤੇ ਜਿਹੜਾ ਕਦੀ ਸੋਚਦਾ ਨਹੀਂ, ਸੇ ਸੋਚਣ ਕੇ ਜੋਗ ਜੇ ਮਰੇ। ਜਿਹੜਾ ਭਾਈ ਸਤ ਸੰਗਤ ਤੋਂ ਬਿਨਾਂ ਹੀ ਮਰ ਜਾਵੇ, ਖਤਮ ਹੋ ਜਾਏ, ਤੇ ਪਾਪ ਕਰਦਾ ਕਰਦਾ ਨਰਕਾਂ ਵਿੱਚ ਪਹੁੰਚ ਜਾਵੇ, ਮਰ ਕਰਕੇ ਬਹੁਤ ਜੁਨੀਆਂ ਵਿੱਚ ਭਟਕਦਾ ਫਿਰੇ, ਉਸ ਬੰਦੇ ਦੇ ਮਰਨ ਤੇ ਜ਼ਰੂਰ ਸੋਗ ਕਰੀ ਜਾਓ। ਪਰ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਨੇ ਤਾਂ ਕੌਮ ਨੂੰ ਇੱਕ ਨਵੀਂ ਜ਼ਿੰਦਗੀ ਬਖਸ਼ੀ ਹੈ। ਕਿਉਂਕਿ ਪਾਤਸ਼ਾਹ ਨੇ ਇੱਕ ਬਚਨ ਵੀ ਕਿਹਾ ਸੀ ਕਿ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਨ ਹੈ। ਸਦਾ ਹੁੰਦੀ ਆਵਾਜ਼ ਜਿਹਨੂੰ ਆਪਾਂ ਸੱਦ ਕਹਿੰਦੇ ਹਾਂ। ਕਹਿੰਦੇ ਬਾਦਸ਼ਾਹ ਤੈਨੂੰ ਭੁਲੇਖਾ ਹੈ, ਤੂੰ ਸਾਨੂੰ ਤੱਤੀ ਤਵੀ ਤੇ ਬਿਠਾ ਕੇ ਸਾਡੀ ਆਵਾਜ਼ ਨੂੰ ਦਬਾ ਲੇਗਾ, ਇਹ ਭੁਲੇਖਾ ਹੈ। ਮੇਰੀ ਸਦਾ ਕੋ ਦਬਾਨਾ ਤੋਂ ਮੁਮਕਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਤੂੰ ਸਾਡੇ ਸਰੀਰ ਉੱਪਰ ਜ਼ੁਲਮ ਤਾਂ ਕਰੇਗਾ, ਪਰ ਸ਼੍ਰੀ ਹਰਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਉਹਨਾਂ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪੈਣੀਆਂ, ਉਹਨਾਂ ਨੂੰ ਕਿਹੜੀ ਤਾਕਤ ਰੋਕੇਗੀ, ਨਾ ਸਾਨੂੰ ਰੋਕ ਸਕੇਗੀ। ਅਸੀਂ ਵੀ ਸੱਚ ਧਰਮ ਬਦਲੇ ਸਿਦਕ ਸੰਤੋਖ ਨਾਲ ਸ਼ਹਾਦਤ ਦਾ ਜਾਮ ਪੀਵਾਂਗੇ। ਇਹ ਬਚਨ ਗੁਰੂ ਅਰਜੁਨ ਦੇਵ ਜੀ ਨੇ ਕਹੇ, ਤੇ ਕਵੀ ਜੀ ਨੇ ਇੱਥੇ ਜੋ ਬਚਨ ਕਹੇ ਉਹ ਬਾਬਾ ਬੁੱਢਾ ਸਾਹਿਬ ਦੀ ਰਸਨਾ ਤੋਂ ਅਖਵਾਏ ਨੇ। ਜਿਹੜੇ ਬੰਦੇ ਰੱਬ ਤੋਂ ਟੁੱਟੇ ਨੇ ਉਹਨਾਂ ਦਾ ਅਫਸੋਸ ਸੋਗ ਜ਼ਰੂਰ ਕਰੋ, ਪਰ ਜਿਹੜੇ ਧਰਮ ਵਾਸਤੇ ਸ਼ਹੀਦ ਹੋਏ, ਸੱਚ ਬਦਲੇ, ਉਹਨਾਂ ਦੀ ਸ਼ਹਾਦਤ ਤਾਂ ਲੋਕਾਂ ਨੂੰ ਨਵਾਂ ਜਨਮ ਦਿੰਦੀ ਹੈ। ਨਾ ਗੁਰ ਧਿਆਨ ਨਾ ਗੁਰ ਕੀ ਸੇਵਾ। ਕਵੀ ਜੀ ਕਹਿੰਦੇ ਨੇ ਨਾ ਗੁਰ ਧਿਆਨ ਨਾ ਗੁਰ ਕੀ ਸੇਵਾ। ਜਿਨ੍ਹਾਂ ਬੰਦਿਆਂ ਨੇ ਕਦੀ ਗੁਰੂ ਦੇ ਚਰਨਾਂ ਦਾ ਧਿਆਨ ਹੀ ਨਹੀਂ ਧਰਿਆ, ਜਿਨ੍ਹਾਂ ਕਦੀ ਗੁਰੂ ਘਰ ਦੀ ਸੇਵਾ ਹੀ ਨਹੀਂ ਕਮਾਈ, ਕਿਉਂਕਿ ਸੰਗਤ ਵਿੱਚ ਬੈਠਣਾ ਵੀ ਵੱਡੀ ਸੇਵਾ ਹੈ, ਅੰਮ੍ਰਿਤ ਬਾਣੀ ਪੜ੍ਹਨੀ ਵੱਡੀ ਸੇਵਾ ਹੈ। ਜਿਨ੍ਹਾਂ ਕਦੀ ਗੁਰੂ ਚਰਨਾਂ ਦਾ ਧਿਆਨ ਨਹੀਂ ਧਰਿਆ ਤੇ ਗੁਰੂ ਕੀ ਸੇਵਾ ਕਮਾਈ ਨਹੀਂ। ਗੁਰ ਵਿਹੀਨ ਧਾਰਤ ਅਹੰਮੇਵਾ। ਜਿਹੜੇ ਗੁਰੂ ਤੋਂ ਬਿਨਾਂ ਅਹੰਕਾਰ ਦੀਆਂ ਪੰਡਾਂ ਹੀ ਚੁੱਕੀ ਫਿਰਦੇ ਨੇ, ਪਰ ਇਹ ਸਭ ਕੁਝ ਖਤਮ ਹੁੰਦਾ ਜਦੋਂ ਗੁਰੂ ਦੇ ਚਰਨਾਂ ਨਾਲ ਜੁੜੀਏ। ਤੇ ਜਿਹੜੇ ਗੁਰੂ ਤੋਂ ਟੁੱਟੇ ਹੋਏ ਅਹੰਕਾਰ ਧਾਰਨ ਕਰੀ ਫਿਰਦੇ ਨੇ, ਗੁਰ ਹਰਿ ਕੀ ਲਖੇ ਨਾ ਵਡਿਆਈ। ਜਿਹੜੇ ਗੁਰੂ ਘਰ ਦੀ ਹਰੀ ਪ੍ਰਮਾਤਮਾ ਦੀ ਵਡਿਆਈ ਨੂੰ ਨਹੀਂ ਜਾਣਦੇ, ਸੇ ਸੋਚਨ ਕੋ ਜੋਗ ਸਦਾਈ। ਉਹਨਾਂ ਨੂੰ ਸਦਾ ਵਾਸਤੇ ਉਹਨਾਂ ਦਾ ਅਫਸੋਸ ਕਰੋ, ਸੋਗ ਕਰੋ। ਜਿਹੜੇ ਲੋਕ ਇਸ ਤਰ੍ਹਾਂ ਦੀ ਜ਼ਿੰਦਗੀ ਜੀਉ ਕੇ ਤੇ ਖਾਲੀ ਹੱਥ ਸੰਸਾਰ ਤੋਂ ਤੁਰ ਜਾਂਦੇ ਨੇ, ਇਸ ਜਗ ਆਰ ਪਰਲੋਕ ਮਝਾਰੇ। ਇਸ ਜਗਤ ਵਿੱਚ ਤੇ ਪਰਲੋਕ ਵਿੱਚ ਸਤਿਗੁਰ ਸਦਾ ਸਹਾਏ ਹਮਾਰੇ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਗੁਰ ਸਿੱਖੋ, ਐਸ ਲੋਕ ਤੇ ਪਰਲੋਕ ਵਿੱਚ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਉਹ ਸਦਾ ਹੀ ਸਾਡੇ ਸਹਾਇਕ ਨੇ। ਸਿਮਰਨ ਕਰੇ ਦਰਸ ਦਇਆਨ। ਜਦੋਂ ਵੀ ਧੰਨ ਗੁਰੂ ਅਰਜੁਨ ਦੇਵ ਸਾਹਿਬ ਨੂੰ ਯਾਦ ਕਰਾਂਗੇ ਤੇ ਉਹ ਆਣ ਕੇ ਦਰਸ਼ਨ ਬਖਸ਼ਦੇ ਨੇ। ਸੇ ਕਿਉ ਸੋਚਣ ਜੋਗ ਮਹਾਨ। ਤੇ ਫਿਰ ਉਹਨਾਂ ਦਾ ਅਫਸੋਸ ਕਰਨਾ ਕਿੱਡੀ ਕੁ ਵੱਡੀ ਗੱਲ ਹੈ, ਨਹੀਂ ਕਰਨਾ ਚਾਹੀਦਾ।
ਜਿਹੜੇ ਐਸੇ ਪਰ ਉਪਕਾਰੀ ਸਤਿਗੁਰੂ ਨੇ। ਬੰਦਨ ਕਰੋ ਕਰਾਹ ਕਰਾਵੋ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਗੁਰਸਿੱਖੋ ਹੁਣ ਤੁਸੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉੱਠ ਕੇ ਬੰਦਨਾ ਕਰੋ, ਨਮਸਕਾਰ ਕਰੋ। ਹੁਣ ਕਿਸੇ ਨੇ ਵਿਰਾਗ ਧਾਰ ਨਹੀਂ ਕਰਨਾ, ਗੁਰੂ ਅਰਜੁਨ ਦੇਵ ਜੀ ਦਾ ਸਿਮਰਨ ਕਰਨਾ ਹੈ। ਉਹ ਸਾਡੇ ਵਿੱਚ ਹਾਜ਼ਰ ਨਾਜ਼ਰ ਨੇ, ਉਹ ਕਿਤੇ ਗਏ ਨਹੀਂ। ਹੁਣ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕੋ ਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਾਵੋ। ਕੀਰਤਨ ਸੁਣੋ ਆਨੰਦ ਪਾਵੋ। ਤੇ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸੁਣੋ ਤੇ ਆਨੰਦ ਪੈਦਾ ਕਰੋ ਆਪਣੇ ਹਿਰਦਿਆਂ ਅੰਦਰ। ਸਿਮਰੇ ਨਿਤ ਹਾਜ਼ਰ ਗੁਰ ਆਹੈ। ਤੇ ਕਹਿਣ ਲੱਗੇ, ਜਦੋਂ ਵੀ ਆਪਾਂ ਹਾਜ਼ਰ ਨਾਜ਼ਰ ਜਾਣ ਕੇ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਸਿਮਰਾਂਗੇ, ਉਹ ਸਦਾ ਹੀ ਹਾਜ਼ਰ ਨਾਜ਼ਰ ਨੇ। ਪਰਮ ਪ੍ਰੇਮ ਮਨ ਕੋ ਸਭ ਲਹੈ। ਉਹਨਾਂ ਅੰਦਰ ਗੁਰੂ ਅਰਜੁਨ ਦੇਵ ਪ੍ਰਤੀ ਬਹੁਤ ਵੱਡਾ ਪ੍ਰੇਮ ਮਨ ਵਿੱਚ ਸਾਰੇ ਧਾਰਨ ਕਰੋ। ਜਦੋਂ ਪ੍ਰੇਮ ਨਾਲ ਆਵਾਜ਼ ਮਾਰੋਗੇ, ਯਾਦ ਕਰੋਗੇ, ਤੇ ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਦਰਸ਼ਨ ਹੋਣਗੇ। ਦ੍ਰਿਸ਼ਟ ਮਾਨ ਹੈ ਜਿਤ ਕੇ ਆਕਾਰ। ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਭਾਈ ਪਦਾਰਥਾਂ ਦੇ ਆਪਾਂ ਨੂੰ ਦ੍ਰਿਸ਼ਟੀ ਵਿੱਚ ਜੋ ਕੁਝ ਵੀ ਦਿਸਦਾ ਹੈ ਨਾ, ਉਹਨਾਂ ਪਦਾਰਥਾਂ ਦਾ ਸਰੂਪ ਦਿਸਦਾ, ਵਜੂਦ ਦਿਸਦਾ ਹੈ। ਸਭ ਕੂਰੇ ਹੈ ਬਿਨ ਸੰਹਾਰ। ਸੱਚੇ ਨਾਮ ਤੋਂ ਬਿਨਾ ਸਭ ਕੁਝ ਬਿਨਸਨਹਾਰ ਹੈ, ਖਤਮ ਹੋਣ ਵਾਲਾ ਹੈ। ਜੇ ਆਪਾਂ ਜਿਵੇਂ ਬਚਨ ਪੜ੍ਹਦੇ ਹਾਂ ਨਾ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜੇ ਕੋਈ ਸਥਿਰ ਰਹਿਣ ਵਾਲਾ ਹੈ ਤੇ ਉਹ ਵਾਹਿਗੁਰੂ ਦਾ ਨਾਮ ਹੈ। ਗੁਰੂ ਸਾਹਿਬ ਸਥਿਰ ਰਹਿਣ ਵਾਲੇ ਨੇ, ਬਾਕੀ ਤਾਂ ਸਭ ਕੁਝ ਬਿਨਸਨਹਾਰ ਹੈ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਆ ਦ੍ਰਿਸ਼ਟਮਾਨ ਨਾਲ ਜੋ ਕੁਝ ਆਪਾਂ ਨੂੰ ਆਕਾਰ ਦਿਸਦੇ ਨੇ, ਵਜੂਦ ਦਿਸਦੇ ਨੇ, ਕਿਸੇ ਪਦਾਰਥ ਦਾ ਸਰੂਪ ਦਿਸਦਾ ਹੈ, ਇਹ ਸਭ ਕੁਝ ਝੂਠਾ ਹੈ ਤੇ ਬਿਨਸਨ ਵਾਲਾ ਹੈ। ਇਨ ਸੋ ਮੋਹ ਕਰੇ ਅਗਿਆਨੀ। ਜਿਹੜਾ ਇਹਨਾਂ ਨਾਲ ਮੋਹ ਕਰਦਾ ਹੈ ਨਾ, ਉਹ ਤੇ ਵੱਡਾ ਭਾਈ ਅਗਿਆਨੀ ਹੈ। ਸੋ ਲਖਿਤ ਹੈ ਸੁਪਨ ਸਮਾਨੀ। ਇਹ ਸਭ ਕੁਝ ਪਦਾਰਥਾਂ ਦਾ ਜਿਹੜਾ ਸਰੂਪ ਵਜੂਦ ਹੈ, ਇਹ ਤੇ ਸੁਪਨੇ ਸਮਾਨ ਜਾਣਨਾ ਚਾਹੀਦਾ ਹੈ। ਤੁਮ ਕੋ ਉਚਿਤ ਨ ਐਸੀ ਕਰਬੀ। ਤੇ ਕਹਿਣ ਲੱਗੇ, ਗੁਰਸਿੱਖੋ ਸਾਨੂੰ ਐਸਾ ਕਰਨਾ ਸ਼ੋਭਾ ਨਹੀਂ ਦਿੰਦਾ। ਹੁਣ ਵੈਰਾਗ ਨਹੀਂ, ਆਪਾਂ ਵੈਰਾਗ ਵੀ ਕਰ ਲਿਆ ਤੇ ਅਰਦਾਸ ਕਰਕੇ ਹੁਣ ਧਰਮ ਕਾਰਜ ਸ਼ੁਰੂ ਕਰੀਏ। ਜਿਹੜੇ ਅੱਗੇ ਕਾਰਜ ਕਰਨ ਵਾਲੇ ਨੇ, ਹੁਣ ਤਾਂ ਸਾਨੂੰ ਇਹ ਬਚਨ ਸ਼ੋਭਾ ਨਹੀਂ ਦੇਵੇਗਾ। ਹਰਖ ਸ਼ੋਗ ਅਗਿਆਨੀ ਧਰਬੇ। ਇਹ ਤੇ ਅਗਿਆਨੀ ਲੋਕ ਹੁੰਦੇ ਨੇ, ਜਿਹੜੇ ਖੁਸ਼ੀ ਤੇ ਗਮੀ ਨੂੰ ਅੰਦਰ ਧਾਰਨ ਕਰਦੇ ਨੇ। ਤੇ ਕਮਾਈ ਵਾਲੇ ਗੁਰਸਿੱਖੋ, ਤੁਸੀਂ ਗੁਰੂ ਅਰਜਨ ਦੇਵ ਜੀ ਦੁਆਰਾ ਦਿੱਤਾ ਪ੍ਰਭੂ ਦਾ ਨਾਮ, ਵਾਹਿਗੁਰੂ ਨਾਮ ਧਾਰਨ ਕਰਕੇ ਕਮਾਈ ਕਰੋ। ਹਰਕ ਸ਼ੋਗ ਤੋਂ ਉੱਪਰ ਉੱਠ ਜਾਓਗੇ। ਤਖਤ ਬੈਠ ਅਬ ਸੇਖੇ ਉਧਾਰੂ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਦਾਤਾ ਆਪ ਜੀ ਵੀ ਕਿਰਪਾ ਕਰੋ। ਅਸੀਂ ਬੇਨਤੀ ਤੁਹਾਨੂੰ ਕਰਦੇ ਹਾਂ ਕਿ ਆਪ ਜੀ ਉੱਠ ਕੇ ਗੁਰਗੱਦੀ ਪਰ ਸੁਭਾਏ ਮਾਣ ਹੋ ਤੇ ਸਿੱਖਾਂ ਦਾ ਉਧਾਰ ਕਰੋ। ਇਸ ਸੰਸਾਰ ਦੇ ਭਵ ਸਾਗਰ ਤੋਂ ਪਾਰ ਕਰੋ। ਸ਼ਤਰੂ ਗਣ ਜੇ ਸਕਲ ਸੰਘਾਰੋ। ਜਿੰਨੇ ਵੀ ਸਮੂਹ ਸ਼ਤਰੂ ਹੈ ਨਾ, ਉਹਨਾਂ ਦਾ ਸੰਘਾਰ ਕਰਨਾ, ਧਰਮ ਦੋਖੀਆਂ ਦਾ ਸੰਘਾਰ ਕਰਨਾ ਹੈ। ਜਿਹੜੇ ਧਰਮ ਨਾਲ ਦੋਖ ਕਰਦੇ ਨੇ, ਈਰਖਾ ਕਰਦੇ ਨੇ, ਉਹਨਾਂ ਦਾ ਸੰਘਾਰ ਕਰਨਾ ਹੈ। ਆਪ ਕਿਰਪਾ ਕਰੋ ਤੇ ਉੱਠ ਕੇ ਸਤਿਗੁਰੂ ਗੁਰਗੱਦੀ ਪਰ ਸੁਭਾਏ ਮਾਣ ਹੋਵੋ ਜੀ। ਇਮ ਸੁਣ ਕੇ ਬਿਰਧ ਕੇ ਬਚਕਾਣ। ਇਸ ਤਰ੍ਹਾਂ ਸੁਣ ਕਰਕੇ ਨਾ ਬਾਬਾ ਬੁੱਢਾ ਸਾਹਿਬ ਦੇ ਪਿਆਰ ਭਰੇ ਬਚਨ, ਕਿਉਂਕਿ ਬਾਬਾ ਬੁੱਢਾ ਜੀ ਦੇ ਬਚਨ ਦਿਲ ਨੂੰ ਹੌਸਲਾ ਦੇਣ ਵਾਲੇ ਹੈ, ਧੀਰਜ ਦੇਣ ਵਾਲੇ। ਬਾਬਾ ਬੁੱਢਾ ਸਾਹਿਬ ਆਪ ਵੀ ਕਮਾਈ ਵਾਲੇ ਹੈ, ਬਹੁਤ ਵੱਡੀ ਕਮਾਈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਨੇ ਬਾਬਾ ਬੁੱਢਾ ਸਾਹਿਬ। ਗੁਰੂ ਘਰ ਦੀ ਕੋਈ ਵੀ ਕਾਰਜ ਹੁੰਦਾ ਤੇ ਬਾਬਾ ਬੁੱਢਾ ਸਾਹਿਬ ਅਰਦਾਸ ਕਰਕੇ ਕਾਰਜ ਸ਼ੁਰੂ ਕਰਦੇ। ਜੇ ਹਰਮੰਦਰ ਸਾਹਿਬ ਦੀ ਨੀਂਹ ਦਾ ਇਤਿਹਾਸ ਪੜਾਂਗੇ, ਅਰਦਾਸ ਬਾਬਾ ਬੁੱਢਾ ਸਾਹਿਬ ਜੀ। ਜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰ ਸੇਵਾ ਤੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਹਾਜ਼ਰੀ ਵਿੱਚ ਸੇਵਾ ਨਿਭਾਈ। ਜੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਬਣਨ ਦਾ ਮਾਣ ਮਿਲਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਹੁਤ ਵੱਡੀ ਵਡਿਆਈ ਹੈ।
ਇਸ ਤਰ੍ਹਾਂ ਬਾਬਾ ਬੁੱਢਾ ਜੀ ਦੇ ਬਚਨ ਸੁਣ ਕੇ ਆਪਣੇ ਕੰਨਾਂ ਨਾਲ ਸਰਵਣਾ ਨਾਲ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਵਧਾਨ ਹੋ ਗਏ। ਸ੍ਰੀ ਹਰਗੋਬਿੰਦ ਭੇਸ ਸਵਧਾਨ, ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਚਨ ਸੁਣ ਕੇ ਸਾਵਧਾਨ ਹੋ ਗਏ ਜੀ। ਪੰਜ ਸਿੱਖ ਕੋ ਬੂਝਣ ਲਾਗੇ, ਤੇ ਜਿਹੜੇ ਲਾਹੌਰੋਂ 5 ਸਿੱਖ ਆਏ ਨੇ ਉਹਨਾਂ ਨੂੰ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਬੂਝਣ ਦਾ ਅਰਥ ਹੁੰਦਾ ਪੁੱਛਣ ਲੱਗੇ। ਕਹਿਓ ਅੰਤ ਜਿਮ ਕਹੋ ਹਮੇ ਆਗੇ, ਕਹਿਣ ਲੱਗੇ ਗੁਰਸਿੱਖੋ, ਜਿਹੜੇ ਬਚਨ ਸ਼ਹਾਦਤ ਵੇਲੇ ਧੰਨ ਗੁਰੂ ਅਰਜੁਨ ਦੇਵ ਜੀ ਨੇ ਤੁਹਾਡੇ ਕੋਲ ਸਰਵਣ ਕਰਾਏ ਆ ਸਾਡੇ ਵਾਸਤੇ ਤੁਹਾਡੇ ਵਾਸਤੇ, ਉਹ ਬਚਨ ਹੁਣ ਸਾਨੂੰ ਅੱਗੋਂ ਸੁਣਾਓ। ਧੰਨ ਗੁਰੂ ਅਰਜੁਨ ਦੇਵ ਜੀ ਨੇ ਕੀ ਕਿਰਪਾ ਵਰਤਾ ਕੇ ਕਿਹਾ ਸੀ। ਸੁਣਤ ਪਿਰਾਣਾ ਕਹਿ ਮਿਰਦ ਬਾਨੀ, ਇਹ ਬਚਨ ਸੁਣ ਕੇ ਤੇ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਦੀ ਰਸਨਾ ਤੋਂ ਤੇ 5 ਸਿੱਖਾਂ ਵਿੱਚ ਆਏ ਹੋਏ ਭਾਈ ਪ੍ਰਾਣਾ ਜੀ ਨੇ ਬੜੇ ਕੋਮਲ ਬਚਨ, ਬੜੇ ਪਿਆਰ ਨਾਲ ਉਹ ਬਚਨ ਜਿਹੜੇ ਤੋ ਕਹਿਣਾ ਕੀਤੇ, ਸੁਣਾਉਣਾ ਕੀਤੇ। ਇਮ ਸ੍ਰੀ ਸਤਿਗੁਰ ਤੁਮਹਿ ਵਖਾਨੀ, ਤੇ ਭਾਈ ਪ੍ਰਾਣਾ ਜੀ ਕਹਿਣ ਲੱਗੇ ਜੀ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਸਾਡੇ ਵਾਸਤੇ ਪਾਤਸ਼ਾਹ ਇਹ ਬਚਨ ਕਹੇ ਨੇ। ਹਰਗੋਬਿੰਦ ਸੰਗ ਜਾਏ ਮਲੀਜਾ, ਸਾਨੂੰ ਸਤਿਗੁਰੂ ਜੀ ਨੇ ਕਿਹਾ ਸੀ ਵੀ ਸਾਡੀ ਸ਼ਹਾਦਤ ਤੋਂ ਬਾਅਦ ਜਦੋਂ ਸਰੀਰ ਜੋਤੀ ਜੋਤ ਸਮਾਣਾ ਹੈ ਤੇ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਚਲੇ ਜਾਣਾ। ਹਮ ਦਿਸ਼ਤੇ ਬਹੁ ਧੀਰਜ ਦੀਜੈ, ਤੇ ਸਾਡੀ ਤਰਫੋਂ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਬਹੁਤ ਵੱਡਾ ਧੀਰਜ ਦੇਣਾ। ਕਰਹੁ ਨ ਸ਼ੋਕ ਗੋਬਿੰਦ ਗੁਣ ਗਾਵੋ, ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣਾ ਵੀ ਕਿਸੇ ਗੱਲ ਦਾ ਸ਼ੋਕ ਨਹੀਂ ਕਰਨਾ, ਅਫਸੋਸ ਨਹੀਂ ਕਰਨਾ, ਸਗੋਂ ਪ੍ਰਮਾਤਮਾ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਨਾ ਹੈ। ਅਪਰ ਸਕਲ ਕੋ ਕਹੋ ਮਿਟਾਵੋ, ਤੇ ਹੋਰ ਜੋ ਕੁਝ ਵੀ ਹੈ ਉਹ ਵੀ ਸਾਨੂੰ ਦੱਸੋ। ਸਤਿਗੁਰੂ ਸਾਹਿਬ ਜੀ ਬਚਨ ਕਹਿਣ ਲੱਗੇ ਵੀ ਜੋ ਕੁਝ ਹੋਰ ਬਚਨ ਸੀ ਉਹ ਵੀ ਸਾਨੂੰ ਸਾਰੇ ਹੀ ਬਚਨ ਸਮਝਾ ਦਿਓ। ਸਾਜਦ ਹੋ ਤਖਤ ਪਰ ਰਾਜੋ, ਤੇ ਭਾਈ ਪ੍ਰਾਣਾ ਜੀ ਕਹਿਣ ਲੱਗੇ ਜੀ ਇੱਕ ਬਚਨ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਵੀ ਤੁਸੀਂ ਸ੍ਰੀ ਅੰਮ੍ਰਿਤਸਰ ਜਾ ਕੇ ਇਹ ਕਹਿਣਾ ਹੈ ਸਾਡੀ ਤਰਫੋਂ ਕਿ ਸ਼ਸਤਰਧਾਰੀ ਸਾਜ ਯੁੱਧ ਦਾ ਅਰਥ ਹੁੰਦਾ ਸ਼ਸਤਰ ਪਹਿਨ ਲੈਣੇ, ਸ਼ਸਤਰਧਾਰੀ ਹੋ ਕੇ ਤੇ ਤਖਤ ਪਰ ਬਰਾਜ ਜਾਓ ਜੀ। ਜਥਾ ਸ਼ਕਤ ਸੈਨਾ ਸੰਗ ਸਾਜੋ, ਤੇ ਲੋੜ ਮੁਤਾਬਕ ਜਿੰਨੀ ਲੋੜ ਹੈ ਵੱਧ ਤੋਂ ਵੱਧ ਗੁਰੂ ਘਰ ਵਾਸਤੇ ਧਰਮ ਅਰਥ ਤੁਸੀਂ ਆਪਣੀ ਸੰਗ ਸੈਨਾ ਜਿਹੜੀ ਹੈ ਉਹਦੀ ਤਿਆਰੀ ਕਰੋ, ਭਾਵ ਸੈਨਾ ਨੂੰ ਸਾਜਣਾ ਕਰੋ। ਪ੍ਰਥਮ ਚੰਦ ਤੇ ਪਲਟਾ ਲੀਜੈ, ਤੇ ਦੂਜਾ ਬਚਨ ਸਤਿਗੁਰੂ ਇਹ ਕਿਹਾ ਹੈ ਪਿਤਾ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਕਿ ਚੰਦੂ ਨੇ ਤੋਂ ਪਹਿਲਾ ਕੰਮ ਇਹ ਕਰਨਾ ਜਾ ਕੇ ਪਹਿਲਾਂ ਤਾਂ ਸ਼ਸਤਰ ਪਹਿਨਣੇ ਆ ਤੇ ਦੂਜਾ ਕੰਮ ਇਹ ਵੀ ਕਰਨਾ ਹੈ ਵੀ ਜਿਸ ਚੰਦੂ ਨੇ ਜਹਾਂਗੀਰ ਦੇ ਹੁਕਮ ਤੇ ਜਾਂ ਕਹਿਣ ਤੇ ਧੰਨ ਗੁਰੂ ਅਰਜੁਨ ਦੇਵ ਜੀ ਸਤਿਗੁਰੂ ਕਹਿੰਦੇ ਸਾਡੇ ਤੇ ਜੋ ਕਸ਼ਟ ਕੀਤੇ ਨੇ, ਇਹ ਬਚਨ ਸਿੱਖ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸਦੇ ਨੇ ਕਿ ਜੋ ਕੁਝ ਚੰਦੂ ਨੇ ਕੀਤਾ ਹੈ ਨਾ ਉਹਦਾ ਸਭ ਤੋਂ ਪਹਿਲਾ ਕੰਮ ਇਹ ਕਰੋ ਵੀ ਪਲਟਾ ਹੁੰਦਾ ਹੈ ਸਾਧ ਸੰਗਤ। ਉਹ ਭਾਵ ਜੋ ਕੁਝ ਉਹਨੇ ਪਾਪ ਕਮਾਇਆ ਨਾ ਚੰਦੂ ਨੇ ਉਹ ਤੋਂ ਬਦਲਾ ਲੈਣ ਵਾਲੀ ਭਾਵਨਾ ਜਿਹੜੀ ਹੈ ਇਹ ਸਤਿਗੁਰੂ ਜੀ ਨੇ ਸਾਡੀ ਡਿਊਟੀ ਲਾ ਕੇ ਸਾਨੂੰ ਕਿਹਾ ਹੈ ਜੀ। ਦੁਖ ਮੌਤ ਮਹਾ ਦੁਖ ਦੀਜੈ, ਤੇ ਜਿਹੜਾ ਬੰਦਾ ਚੰਦੂ ਵਰਗਾ ਹੈ ਨਾ ਉਹ ਖੋਟੀ ਮੌਤੇ ਹੀ ਮਰਨਾ ਚਾਹੀਦਾ ਹੈ, ਉਹਨੂੰ ਵੱਡਾ ਦੁੱਖ ਦਿਓ ਤੇ ਜਾ ਕੇ ਉਹ ਖੋਟੀ ਮੌਤੇ ਮਾਰੋ। ਧਰਮ ਦੇ ਮਹਾਨ ਸੂਰਜ ਧੰਨ ਗੁਰੂ ਅਰਜੁਨ ਦੇਵ ਜੀ ਉੱਤੇ ਜਿਸ ਨੇ ਪਾਪ ਜ਼ੁਲਮ ਕੀਤੇ ਨੇ, ਸਤਿਗੁਰੂ ਨੇ ਬਚਨ ਕਿਹਾ ਹੈ ਉਹਨੂੰ ਬੁਰੇ ਮੌਤੇ ਜਾ ਕੇ ਮਾਰਨਾ ਕਰੋ। ਸਾਡੇ ਵੱਲੋਂ ਇਹ ਉਪਦੇਸ਼ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਰਵਣ ਕਰਾਉਣਾ। ਸ੍ਰੀ ਗੁਰੂ ਅਮਰਦਾਸ ਕੀ ਅੰਛੋ, ਤੇ ਇਹ ਵੀ ਨਾਲ ਬਚਨ ਕਰਨਾ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਵੱਡ ਵਡੇਰੇ ਜੋ ਉਹਨਾਂ ਦੀ ਅੰਸਾ ਨੇ ਉਹਨਾਂ ਨੂੰ ਵੀ ਨਿਕਟ ਹਕਾਰੋ ਕੁਲਿਵ ਤੰਛ, ਜਿਹੜੇ ਗੁਰੂ ਅਮਰਦਾਸ ਜੀ ਦੀ ਅੰਸ਼ ਦੇ ਗਹਿਣੇ ਨੇ ਵੱਡ ਵਡੇਰੇ ਨੇ ਜਾਂ ਇੰਜ ਕਹਿ ਲੋ ਗੁਰੂ ਅਮਰਦਾਸ ਜੀ ਦੀ ਅੰਸਾ ਵਿੱਚੋਂ ਨੇ ਗਹਿਣੇ, ਉਹਨਾਂ ਨੂੰ ਵੀ ਆਪਣੇ ਕੋਲ ਸੱਦ ਲੈਣਾ। ਇਹ ਸਾਡਾ ਸੁਨੇਹਾ ਤੁਸਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਾ ਕੇ ਦੇਣਾ। ਪ੍ਰਥਮ ਰੀਤ ਕਰ ਲੀਜੈ ਟੀਕਾ, ਤੇ ਪਹਿਲੀ
ਜਿਹੜੀ ਪ੍ਰਥਮ ਹੁੰਦਾ ਪਹਿਲੀ ਰੀਤ ਦੇ ਮੁਤਾਬਕ ਹੀ ਤੁਸੀਂ ਗੁਰਿਆਈ ਦਾ ਜੋ ਟਿੱਕਾ ਤੇ ਗੁਰੂ ਅਰਜਨ ਦੇਵ ਜੀ ਬਖਸ਼ ਗਏ ਸਨ, ਜੋ ਟਿੱਕਾ ਬਖਸ਼ਿਆ ਨਾ ਉਹਦੇ ਮੁਤਾਬਕ ਗੁਰਿਆਈ ਗੱਦੀ ਤੇ ਵੀ ਸੁਭਾਏ ਮਾਣ ਹੋਣਾ। ਸਕਲ ਬੜਨ ਸੰਗ ਕਹਿ ਬਚਨੀਕਾ, ਤੇ ਜਿਹੜੇ ਗੁਰੂ ਅਮਰਦਾਸ ਜੀ ਦੀ ਅੰਸ਼ ਵਿੱਚੋਂ ਨੇ ਉਹ ਵੱਡੇ ਜੋ ਵੀ ਬਚਨ ਕਹਿਣ ਉਹਨਾਂ ਬਚਨਾਂ ਨੂੰ ਸਤ ਬਚਨ ਕਹਿ ਕੇ ਸਿਰ ਝੁਕਾ ਕੇ ਮੰਨਣਾ ਜੀ। ਬਿਰਧ ਆਦਿਕ ਸਿੱਖਣ ਸਨਮਾਨੋ, ਤੇ ਸਾਨੂੰ ਸਤਿਗੁਰੂ ਇਹ ਬਚਨ ਗੁਰੂ ਅਰਜਨ ਦੇਵ ਜੀ ਨੇ ਲਾਹੌਰੋਂ ਕਹਿ ਕੇ ਤੋਰਿਆ ਹੈ ਕਿ ਬਾਬਾ ਬੁੱਢਾ ਸਾਹਿਬ ਆਦਿਕ ਹੋਰ ਜਿਹੜੇ ਗੁਰਸਿੱਖ ਨੇ, ਇੱਕ ਤੇ ਬਾਬਾ ਬੁੱਢਾ ਸਾਹਿਬ ਤੇ ਹੋਰ ਆਦਿਕ ਜਿਹੜੇ ਸਿੱਖ ਨੇ, ਉਹਨਾਂ ਸਿੱਖਾਂ ਦੇ ਬਚਨਾਂ ਦਾ ਬਹੁਤ ਵੱਡਾ ਸਨਮਾਨ ਕਰਨਾ। ਭਾਵ ਕਦੀ ਬਾਬਾ ਬੁੱਢਾ ਜੀ ਦਾ ਬਚਨ ਨਹੀਂ ਆਪਣੀ ਰਸਨਾ ਤੋਂ ਨਾ ਕਰਕੇ ਮੋੜਨਾ। ਜੋ ਕੁਝ ਵੀ ਬਾਬਾ ਬੁੱਢਾ ਜੀ ਕਹਿਣ ਉਹਨੂੰ ਬਚਨ ਸਤ ਬਚਨ ਕਹਿ ਕਰਕੇ ਮੰਨਣਾ ਹੈ। ਇੱਕ ਬਾਣੀ ਵਿੱਚ ਪਵਿੱਤਰ ਤੁਕ ਹੈ, ਜਿਹੜੇ ਸਾਧ ਸੰਗਤ ਪ੍ਰਮਾਤਮਾ ਨਾਲ ਜੁੜਦੇ ਹਨ, ਵਾਹਿਗੁਰੂ ਨਾਲ ਜੁੜੇ ਹੋਏ, ਉਹਨਾਂ ਦਾ ਬਚਨ ਤਾਂ ਕਦੀ ਪ੍ਰਮਾਤਮਾ ਵੀ ਨਹੀਂ ਮੋੜਦਾ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਏ ਸਿੱਖ ਕਹਿਣ ਲੱਗੇ ਜੀ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਦਾ ਤੁਸੀਂ ਦਿਲੋਂ ਸਤਿਕਾਰ ਕਰਨਾ, ਜਿਵੇਂ ਕਰ ਰਹੇ ਹੋ ਇਸੇ ਤਰ੍ਹਾਂ ਹੀ ਕਰਦੇ ਰਹਿਣਾ ਜੀ। ਪੂਰਾ ਗੁਰਨ ਕੀ ਰੀਤ ਪ੍ਰਮਾਨੋ, ਜਿਹੜੀ ਪਹਿਲੇ ਗੁਰੂਆਂ ਦੀ ਰੀਤ ਹੈ ਉਹ ਹੀ ਪ੍ਰਮਾਣਿਕ ਹੈ, ਬਾਕੀ ਕਾਰਜ ਉਸ ਤਰ੍ਹਾਂ ਹੀ ਚਲਾਓ। ਤੇ ਇਹ ਜਿਹੜੇ ਕੁਝ ਬਚਨ ਨੇ ਬਾਬਾ ਬੁੱਢਾ ਜੀ ਦਾ ਸਨਮਾਨ, ਗੁਰੂ ਅਮਰਦਾਸ ਜੀ ਦੀ ਅੰਸ਼ਾ ਦੇ ਵੱਡਿਆਂ ਦਾ ਸਨਮਾਨ, ਜਿਹੜਾ ਵੀ ਕੋਈ ਗੁਰੂ ਘਰ ਦਾ ਪਿਆਰਾ ਮਿਲੇ ਉਹਦੇ ਬਚਨਾਂ ਨੂੰ ਬੜੇ ਧਿਆਨ ਨਾਲ ਸੁਣਨਾ। ਇਹ ਜਿਹੜੀ ਰੀਤ ਹੈ, ਇਹ ਟੀਕਾ ਜਿਹੜਾ ਹੈ ਰੀਤ ਭਾਵ ਵੱਡੇ ਗੁਰੂਆਂ ਵਾਲੀ ਰੀਤ ਉਸੇ ਤਰ੍ਹਾਂ ਹੀ ਤੁਸਾਂ ਜਾਰੀ ਰੱਖਣੀ ਹੈ। ਨਹੀਂ ਰੀਤ ਇੱਕ ਰਣ ਕੀ ਕੀਜਾ, ਇੱਕ ਨਈ ਰੀਤ ਤੁਸੀਂ ਗੁਰਸਿੱਖੋ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣਾ ਕਿ ਇੱਕ ਨਈ ਰੀਤ ਸ਼ੁਰੂ ਕਰਨੀ ਹੈ। ਉਹ ਕਿਹੜੀ ਹੈ? ਰਣ ਕੀ ਕੀਜੈ। ਜਿਹੜੀ ਰਣ ਦੀ ਜੰਗ ਮੈਦਾਨ ਦੀ ਰੀਤ ਹੈ ਨਾ, ਉਹ ਹੁਣ ਤੁਸੀਂ ਨਵੀਂ ਸ਼ੁਰੂ ਕਰਨੀ ਹੈ। ਅਪਰ ਪ੍ਰਥਮ ਸਮੰਗਤੀ ਚਲੀਜਾ, ਤੇ ਅਪਰ ਕਹੀਏ ਹੋਰ ਤੇ ਪ੍ਰਥਮ ਕਹੀਏ ਪਹਿਲਾਂ ਦੀ ਤਰ੍ਹਾਂ। ਬਾਕੀ ਰੀਤਾਂ ਜਿਹੜੀਆਂ ਨਾ ਹੋਰ ਰੀਤਾਂ, ਸਮ ਹੁੰਦਾ ਬਰਾਬਰ, ਗਤੀ ਹੁੰਦੀ ਉਸੇ ਚਾਲ ਵਿੱਚ ਹੀ ਚੱਲਣਾ ਹੈ ਜਿਵੇਂ ਪਹਿਲੇ ਸਤਿਗੁਰੂ ਸਾਹਿਬਾਨ ਚੱਲਦੇ ਰਹੇ। ਬਸ ਇੱਕ ਨਈ ਰੀਤ ਹੈ ਜਿਹੜੀ ਧਰਮ ਦੋਖੀਆਂ ਨੂੰ ਉਹਨਾਂ ਦੀ ਕੀਤੀ ਦਾ ਮਜ਼ਾ ਚਖਾਉਣ ਵਾਸਤੇ ਜੰਗ ਦੀ ਰੀਤ ਸ਼ੁਰੂ ਕਰਨੀ ਹੈ। ਦਾਹ ਦੇਹ ਨਹਿ ਕਰੋ ਹਮਾਰੀ, ਦਾਹ ਦਿਓ ਨੇ ਸਾਡੇ ਜਦੋਂ ਸਰੀਰ ਜੋਤੀ ਜੋਤ ਸਮਾਵੇ, ਧਰਮ ਅਰਥ ਸ਼ਹਾਦਤ ਦਾ ਅਸੀਂ ਜਾਮ ਪੀਏ। ਸਾਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਵੀ ਸਾਡੀ ਦੇਹ ਦਾ ਸੰਸਕਾਰ ਨਹੀਂ ਕਰਨਾ, ਇਹ ਸਾਨੂੰ ਸਤਿਗੁਰੂ ਜੀ ਨੇ ਹੁਕਮ ਕੀਤਾ ਸੀ। ਦੇਹੋ ਪ੍ਰਵਾਹ ਇਸ ਸਲਤਾ ਬਾਰੀ, ਸਲਤਾ ਕਹੀਏ ਨਦੀ ਨੂੰ, ਰਾਵੀ ਨਦੀ ਵਿੱਚ ਹੀ ਇਸ ਬਾਰੀ ਕਹੀਏ, ਭਾਵ ਜਿਹੜੀ ਰਾਵੀ ਨਦੀ ਵਗਦੀ ਹੈ ਨਾ, ਇਸੇ ਨਦੀ ਵਿੱਚ ਹੀ ਸਾਡਾ ਸਰੀਰ ਦਾ ਪ੍ਰਵਾਹ ਕਰ ਦੇਣਾ ਤੇ ਸਾਡੇ ਸਰੀਰ ਦਾ ਸੰਸਕਾਰ ਨਹੀਂ ਕਰਨਾ। ਦਰਸ਼ਨ ਹਮਰੋ ਹੈ ਦਰਿਆਓ, ਸਾਡਾ ਦਰਸ਼ਨ ਹੀ ਗੁਰੂ ਦਾ ਦਰਸ਼ਨ ਹੀ ਦਰਿਆ ਹੈ। ਸਿਰ ਉੱਤਰ ਦਿਸ਼ ਦੱਛਣ ਪਾਓ, ਤੋ ਕਵੀ ਜੀ ਨੇ ਦੱਸਿਆ ਮਾਲਕ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਇਸ ਤਰ੍ਹਾਂ ਕਹਿ ਕੇ ਬਚਨ ਭੇਜਿਆ। ਸੋਰੈ ਸਤ ਤ੍ਰੇਸ਼ਟ ਗਿਣ ਸੰਮਤ, ਇਹ ਸੰਮਤ ਦੀ ਗਿਣਤੀ ਗਣੀ ਹੈ। ਸੋਰੈ ਦਾ ਮਤਲਬ ਹੁੰਦਾ 16 ਤੇ 7 ਦਾ ਮਤਲਬ ਹੁੰਦਾ 100। 1663, 63 ਦਾ ਮਤਲਬ ਹੁੰਦਾ 63 ਤੇ ਗਿਣ ਕੇ ਸੰਮਤ, ਉਹ ਸੰਮਤ 1663 ਤੇ ਈਸਵੀ ਸਨ ਸੀ 1600। ਸਾਧ ਸੰਗਤ 6 ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇਹ ਜੋ ਕਿਰਪਾ ਵਰਤਾਂਦੇ ਆ ਨਾ, ਤੇ ਸੱਚੇ ਪਾਤਸ਼ਾਹ ਦਾ ਸ਼ਹਾਦਤ ਦਾ ਉਹ ਸੰਮਤ ਗਿਣ ਕੇ ਕਵੀ ਜੀ ਨੇ ਬਿਆਨ ਕੀਤਾ ਹੈ। ਜੇਸ਼ਟ ਸੁਦੀ ਚੌਥ ਹਰ ਸੰਮਤ, ਤੇ ਜੇਠ ਸੁਦੀ ਚੌਥ ਭਾਵ ਜੇਠ ਦੀ ਮੱਸਿਆ ਤੋਂ ਚੌਥਾ ਦਿਨ ਜਿਹੜਾ ਹੈ ਉਹ ਇਸ ਸੰਮਤ ਦਾ, ਇਹ ਗਿਣ ਕੇ ਸਤਿਗੁਰੂ ਜੀ ਨੇ 1663 ਤੇ 1606 ਵਿੱਚ ਜਦੋਂ ਸ਼ਹਾਦਤ ਦਾ ਜਾਮ ਪੀਤਾ, ਇਹ ਉਹ ਸਮਾਂ ਹੈ। ਮਹਾਪਾਤ ਕੀ ਸ਼ਤਰੂ ਚੰਦ, ਜਿਹੜਾ ਚੰਦੂ ਵੱਡਾ ਪਾਪੀ ਹੈ,
ਤੇ ਗੁਰੂ ਘਰ ਦਾ ਦੁਸ਼ਮਣ ਹੈ। ਦਈ ਸਜਾਏ ਅਨੇਕ ਬਿਲੰਦ, ਉਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਹੁਤ ਵੱਡੀਆਂ ਸਜ਼ਾਵਾਂ ਦੇਣ ਵਾਸਤੇ ਉਪਾਅ ਸੋਚੇ ਨੇ। 5 ਦਿਵਸ ਲੋ ਖਾਏ ਨਾ ਪੀਓ, ਤੇ ਸਿੱਖ ਕਹਿਣ ਲੱਗੇ ਜੀ ਵੱਡੀ ਸਜ਼ਾ ਦਿਓ ਚੰਦੂ ਨੂੰ, ਕਿਉਂਕਿ ਇਹਨੇ ਧੰਨ ਗੁਰੂ ਅਰਜੁਨ ਦੇਵ ਜੀ ਨੂੰ 5 ਦਿਨ ਕੁਝ ਨਾ ਪ੍ਰਸ਼ਾਦਾ ਨਾ ਕੋਈ ਜਲ ਪੀਣ ਵਾਸਤੇ ਦਿੱਤਾ, ਭਾਵ ਖਾਣ ਪੀਣ ਨੂੰ ਕੁਝ ਦਿੱਤਾ ਨਹੀਂ, ਤੇ 5 ਦਿਨ ਉਂਝ ਹੀ ਰੱਖਿਆ ਹੈ। ਨਹੀਂ ਦੁਸ਼ਟ ਤੇ ਨੇ ਆਦਰ ਕੀਓ, ਇਸ ਦੁਸ਼ਟ ਚੰਦੂ ਨੇ ਬਾਦਸ਼ਾਹ ਜਹਾਂਗੀਰ ਦੇ ਕਹਿਣ ਤੇ ਕੋਈ ਸਨਮਾਨ ਵੀ ਨਹੀਂ ਕੀਤਾ, ਭਾਵ ਜਿੰਨੇ ਪ੍ਰਸ਼ਾਦਾ ਨਹੀਂ ਕੋਈ ਜਲ ਪਾਣੀ ਨਹੀਂ, ਉਹਨੇ ਹੋਰ ਕੀ ਆਦਰ ਦੇਣਾ। ਕਹਿਣ ਲੱਗੇ ਇਹਨੇ ਦੁਸ਼ਟ ਨੇ ਕੋਈ ਆਦਰ ਮਾਣ ਸਤਕਾਰ ਨਹੀਂ ਕੀਤਾ। ਜਿਉ ਕਿਉ ਘਾਤ ਕਰੋ ਤਿਸ ਕੇਰਾ, ਜਿਵੇਂ ਕਿਵੇਂ ਵੀ ਇਸ ਦਾ ਖਾਤਮਾ ਕਰੋ, ਜਿਵੇਂ ਵੀ ਹੋਵੇ। ਇਹ ਸਤਿਗੁਰੂ ਜੀ ਦਾ ਸੁਨੇਹਾ ਹੈ। ਦੁਖ ਦੇ ਜਗ ਬਦਤਾਏ ਵਡੇਰਾ, ਜਿਹੜਾ ਜਗਤ ਵਿੱਚ ਦੁੱਖ ਦਿੰਦਾ ਹੈ ਨਾ, ਤੇ ਉਹਦੇ ਦੁੱਖਾਂ ਨੂੰ ਜਗਤ ਵਿੱਚ ਪ੍ਰਗਟ ਕਰੋ। ਗੁਰੂ ਹਰਗੋਬਿੰਦ ਸਾਹਿਬ ਤੁਹਾਨੂੰ ਸਤਿਗੁਰੂ ਜੀ ਨੇ ਸਾਨੂੰ ਬਚਨ ਦੇ ਕੇ ਤੋਰਿਆ ਕਿ ਅੱਗੇ ਬਚਨ ਸੁਣਾਇਓ ਵੀ ਜਿਹੜਾ ਇਸ ਤਰ੍ਹਾਂ ਜਗਤ ਵਿੱਚ ਦੁੱਖ ਦਿੰਦਾ ਹੈ ਨਾ, ਉਹਨੂੰ ਜਗਤ ਦੇ ਸਾਹਮਣੇ ਦੁੱਖ ਦੇ ਕੇ ਇਹ ਗੱਲ ਪ੍ਰਗਟ ਕਰੋ, ਇਹ ਗੱਲ ਲੁਕੀ ਛਿਪੀ ਨਾ ਰਵੇ। ਜਿਹੜਾ ਧਰਮ ਦੁਖੀਆਂ ਉੱਤੇ ਪਾਪ ਕਰਦਾ ਹੈ, ਉਹਨੂੰ ਵੀ ਇਸ ਪਾਪ ਦਾ ਭਾਗੀਦਾਰ ਬਣਦਿਆਂ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ। ਪਿਤਾ ਬੈਰ ਕੋ ਉਚਿਤ ਲਸੋ ਲੈਬਾ, ਇਹ ਪਿਤਾ ਵਾਲਾ ਵੈਰ ਜਿਹੜਾ ਹੈ ਨਾ ਜ਼ਰੂਰ ਲਵਾਂਗੇ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਇਹ ਕੰਮ ਕਰਨਾ ਤੇ ਬੜਾ ਉਚਿਤ ਤੇ ਜ਼ਰੂਰੀ ਹੈ। ਪੂਰਬ ਘੋਰ ਸਜਾਏ ਨੰਦੈਬਾ, ਅਸੀਂ ਵੱਡੀ ਤੋਂ ਵੱਡੀ ਸਜ਼ਾ ਦੇਵਾਂਗੇ, ਇਸ ਨੂੰ ਦੈਬਾ ਦੇਵਾਂਗੇ, ਘੋਰ ਤੋਂ ਘੋਰ ਸਜ਼ਾ ਦੇਵਾਂਗੇ। ਦੁਸ਼ਟਾ ਮਹਿ ਰੁਲਾਏ ਕਰ ਮਾਰੂ, ਤੇ ਭਾਈ ਪ੍ਰਾਣਾ ਜੀ ਕਹਿਣ ਲੱਗੇ ਜੀ ਗੁਰੂ ਅਰਜੁਨ ਦੇਵ ਜੀ ਨੇ ਇੱਕ ਹੁਕਮ ਦਿੱਤਾ ਹੈ, ਇੰਨਾ ਪਾਪ ਜੁਰਮ ਕਰਨ ਵਾਲੇ ਨੂੰ ਜਦੋਂ ਇਹਦਾ ਖਾਤਮਾ ਹੋਵੇ ਇਹਨੂੰ ਵਿਸ਼ਟਾ ਵਿੱਚ ਰਲਾ ਕੇ ਮਾਰੋ, ਭਾਵ ਗੰਦਗੀ ਵਿੱਚ ਮਾਰਨਾ ਕਰੋ ਇਸ ਨੂੰ। ਤੀਬਰ ਪੀਰ ਨਰਕਨ ਮਹੰਡਾਰੂ, ਤੇ ਇਹਨੂੰ ਭਾਰੀ ਪੀੜਾ ਦੇ ਨਾਲ ਇਹਦਾ ਜੀਵਨ ਜਿਹੜਾ ਨਾ ਉਹ ਨਰਕਾਂ ਵਿੱਚ ਡਿੱਗ ਪਵੇ। ਡਿੱਗਾ ਤੇ ਪਹਿਲਾਂ ਹੀ ਆ ਜਦੋਂ ਧੰਨ ਗੁਰੂ ਅਰਜੁਨ ਦੇਵ ਜੀ ਨਾਲ ਐਸੇ ਨਿਰਵੈਰ ਪੁਰਖ ਦੇ ਨਾਲ ਵੈਰ ਕਰਨ ਵਾਲਾ ਬੰਦਾ ਨਰਕਾਂ ਦੀ ਮਾਰ ਤੋਂ ਨਹੀਂ ਬਚ ਸਕਦਾ। ਕਾਲ ਕਲਪ ਕਰ ਪੁਨਹ ਨ ਜਾਵਦ, ਜਿਹੜਾ ਕਾਲ ਕਹੀਏ ਸਮਾਂ ਤੇ ਕਲਪ ਕਹੀਏ ਮੌਤ ਦਾ ਸਮਾਂ, ਧੰਨ ਗੁਰੂ ਅਰਜੁਨ ਦੇਵ ਜੀ ਨੇ ਹੁਕਮ ਇਹ ਕਰਕੇ ਸਾਨੂੰ ਘੱਲਿਆ ਹੈ, ਜਦੋਂ ਇਹਦੀ ਮੌਤ ਦਾ ਸਮਾਂ ਆਵੇ, ਕਲਪ ਦਾ ਸਮਾਂ ਪੂਰਾ ਨਾ ਹੋ ਕੇ ਵੀ ਜਦ ਤੱਕ ਇਹਨੂੰ ਸਜ਼ਾ ਮਿਲਦੀ ਹੈ, ਮਿਲਦੀ ਰਹਿਣੀ ਚਾਹੀਦੀ ਹੈ। ਕਰੇ ਅਵਗਿਆ ਕੋ ਫਲ ਭਾਰੀ, ਇਹਨੂੰ ਇਹਦੀ ਕੀਤੀ ਅਵਗਿਆ ਦਾ ਭਾਰੀ ਫਲ, ਜਿਹੜਾ ਪਾਪ ਦਾ ਫਲ ਹੈ ਨਾ, ਨਰਕਾਂ ਦੀ ਵੱਡੀ ਸਜ਼ਾ, ਇਹ ਮਹਾਂ ਦੋਖੀ ਹੈ, ਇਹਨੂੰ ਨਰਕਾਂ ਦੀ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਸਜ਼ਾ ਲੈਣ ਦਾ ਅਧਿਕਾਰੀ ਹੈ। ਤਉ ਨ ਨਿਬਟੈ ਬਾਕੀ ਸਾਰੀ, ਕਹੂ ਨਾ ਨਿਬਟੇ ਬਾਕੀ ਸਾਰੀ, ਜਿੰਨਾ ਚਿਰ ਇਹਦੀ ਉਮਰ ਬਾਕੀ ਰਹਿੰਦੀ ਵੀ ਮੁੱਕਦੀ ਨਹੀਂ ਨਾ, ਸਾਰੀ ਉਮਰ ਤੱਕ। ਸੁਣਤ ਪੁਰਾਣੇ ਕੇ ਬਚ ਬ੍ਰਿੰਦ, ਇਹ ਸੁਣ ਕੇ ਭਾਈ ਪ੍ਰਾਣਾ ਤੋਂ ਬਚਨ ਤੇ ਗੁਰਸਿੱਖਾਂ 5 ਗੁਰਸਿੱਖਾਂ ਤੋਂ ਬਚਨ ਸੁਣ ਕੇ ਅਬਰਸ ਤੇ ਸ੍ਰੀ ਹਰਿ ਗੋਬਿੰਦ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਰਸ ਨਾਲ ਭਰ ਗਏ ਵੀ ਇੰਨਾ ਵੱਡਾ ਜ਼ੁਲਮ ਧਰੋ ਹੋਇਆ ਹੈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਭਾਈ ਪ੍ਰਾਣਾ ਜੀ ਤੋਂ ਬਚਨ ਸੁਣੇ ਤੇ ਬਚਨ ਸੁਣ ਕੇ ਵੀਰ ਰਸ ਨਾਲ ਭਰ ਗਏ ਜੀ। ਫਰਕੇ ਦੋਨੋਂ ਬਾਹ ਵਿਸਾਲਾ, ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਦੋਵੇਂ ਬਾਹਾਂ ਦੋਵੇਂ ਡੋਲੇ ਫਰਕਣ ਲੱਗੇ ਨੇ। ਦ੍ਰਿਗ ਜਲ ਹੋਤ ਅਦਰ ਚਲ ਚਾਲਾ, ਉਹਨਾਂ ਦੇ ਪਵਿੱਤਰ ਨੇਤਰਾਂ ਵਿੱਚੋਂ ਵੀ ਵਿਰਾਗ ਦਾ ਜਲ ਚੱਲ ਪਿਆ। ਗੁਰੂ ਹਰਗੋਬਿੰਦ ਸਾਹਿਬ ਜੀ ਬਦਨ ਬਿਲੋਚਨ ਲਾਲ ਕਰਾਲੇ, ਉਹਨਾਂ ਦਾ ਬਦਨ ਕਹੀਏ ਚਿਹਰਾ ਜਿਹੜਾ ਹੈ, ਲੋਚਨ ਕਹੀਏ ਬਿਲੋਚਨ ਕਹੀਏ ਨੇਤਰ ਲਾਲ ਹੋ ਗਏ, ਚਿਹਰਾ ਵੀ ਲਾਲ ਤੇ ਨੇਤਰ ਵੀ ਲਾਲ ਹੋ ਗਏ ਜੀ। ਤੇ ਕੁਟੀ ਬੰਕ ਚਾਪ ਕੀ ਢਾਲੇ, ਤੇ ਧਨੁਖ ਦੀ ਤਰ੍ਹਾਂ ਜਿਹੜੀਆਂ ਨੇਤਰ ਨੇ ਇਹ ਵੀ ਭਾਵ ਸਾਧ ਸੰਗਤ
ਧਨੁਖ ਦੀ ਤਰ੍ਹਾਂ ਨੇਤਰ ਵੀ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਸਭ ਤੇ ਸੁਣਤ ਕ੍ਰੋਧ ਕਰ ਬੋਲੀ, ਸਾਰਿਆਂ ਗੁਰਸਿੱਖਾਂ ਤੋਂ ਸੁਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਵੀਰ ਰਸ ਵਿੱਚ ਆਣ ਕਰਕੇ ਬਚਨ ਕਹਿਣ ਲੱਗੇ, ਕਰਹਿ ਕ੍ਰਿਤ ਪਿਤ ਆਇਸ ਕੋਲੇ। ਅਸੀਂ ਹੁਣ ਉਹ ਹੀ ਕੰਮ ਕਰਾਂਗੇ ਜੋ ਪਿਤਾ ਜੀ ਦੀ ਆਗਿਆ ਹੈ, ਉਹ ਬਚਨ ਹੀ ਕਰਾਂਗੇ ਤੇ ਪਿਤਾ ਜੀ ਦੀ ਕੰਮ ਕਰਨ ਤੋਂ ਪਹਿਲਾਂ ਆਗਿਆ ਵੀ ਲੈ ਲਵਾਂਗੇ। ਜੋ ਪਿਤਾ ਗੁਰੂ ਜੀ ਨੇ ਹੁਕਮ ਕੀਤਾ ਉਹ ਹੀ ਅਸੀਂ ਹੁਣ ਕਾਰਜ ਕਰਾਂਗੇ। ਜੇ ਨਹਿ ਚੰਦੂ ਕੋ ਹਮ ਗਹ, ਜੇ ਅਸੀਂ ਚੰਦੂ ਨੂੰ ਨਾ ਪਕੜਿਆ, ਭਾਵ ਚੰਦੂ ਨੂੰ ਗ੍ਰਿਫਤਾਰ ਨਾ ਕੀਤਾ, ਜਿਹੜਾ ਸਰਕਾਰ ਦੀ ਸ਼ਹਿ ਤੇ ਧਰਮ ਮੂਰਤ ਗੁਰੂ ਅਰਜੁਨ ਦੇਵ ਸਾਹਿਬ ਜੀ ਉੱਤੇ ਜ਼ੁਲਮ ਕਰਦਾ ਰਿਹਾ, ਜੇ ਉਸ ਨੂੰ ਅਸੀਂ ਨਾ ਪਕੜਿਆ, ਮੁਸ਼ਕਾ ਬੰਦੀ ਜੇ ਨਾ ਜਗ ਲਹ, ਤੇ ਮੁਸ਼ਕਾਂ ਬੰਨ ਕੇ ਜੇ ਅਸੀਂ ਜਗਤ ਵਿੱਚ ਉਸ ਨੂੰ ਨਾ ਲਿਆ, ਭਾਵ ਉਹਦੀਆਂ ਮੁਸ਼ਕਾਂ ਨਾ ਬੰਨੀਆਂ, ਭਾਰੀ ਪਾਪਾਂ ਦਾ ਜਿਹੜਾ ਕੰਮ ਉਹਨੇ ਕੀਤਾ, ਜੇ ਅਸੀਂ ਉਸ ਕਾਰਜ ਨੂੰ ਨਾ ਕਰ ਸਕੇ ਤੇ ਇਹ ਤੇ ਫਿਰ ਢਲਿਆਈ ਹੋਵੇਗੀ। ਗੁਰੂ ਜੀ ਕਹਿਣ ਲੱਗੇ ਮੁਸ਼ਕਾਂ ਬੰਨ ਕੇ ਉਹਨੂੰ ਜਗਤ ਵਿੱਚ ਪ੍ਰਗਟ ਕਰਾਂਗੇ। ਧਰਮ ਦੋਖੀਆਂ, ਜਿਹੜੇ ਧਰਮ ਦੋਖੀ ਨੇ, ਉਹ ਧਰਮ ਅਰਥ ਮਹਾਂਪੁਰਖਾਂ ਤੇ ਕਿਵੇਂ ਕਸ਼ਟ ਦਿੰਦੇ ਤੇ ਉਹਨਾਂ ਨੂੰ ਫਿਰ ਕਿਹੜੀ ਮੌਤੇ ਜਾਣਾ ਪੈਂਦਾ ਹੈ। ਇਹ ਬਚਨ ਆਏ ਗੁਰਸਿੱਖਾਂ ਨੇ ਲਾਹੌਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਣਾਏ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਸਾਧ ਸੰਗਤ ਤਖਤ ਸਾਹਿਬ ਦੀ ਰਚਨਾ ਹੋਵੇਗੀ, ਫਿਰ ਮੀਰੀ ਪੀਰੀ ਦੇ ਸ਼ਸਤਰ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਨਣਗੇ, ਉਹ ਪ੍ਰਸੰਗ ਆਪ ਜੀ ਨੂੰ ਸਰਵਣ ਕਰਾਏ ਜਾਣਗੇ। ਦਾਸ ਪਾਸੋਂ ਕਥਾ ਕਰਦਿਆਂ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਣੀਆਂ ਸੁਭਾਵਿਕ ਨੇ, ਕਿਉਂਕਿ ਮਨੁੱਖ ਭੁੱਲਣਹਾਰ ਹੈ। ਸਤਿਗੁਰੂ ਤੇ ਸਤਿਗੁਰੂ ਦੀ ਸੰਗਤ ਬਖਸ਼ਣਹਾਰ ਹੈ। ਗੁਰਦੁਆਰਾ ਬਿਬੇਕਸਰ ਸਾਹਿਬ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਵਿਚਾਰਦਿਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਸਮੁੱਚਾ ਪ੍ਰਬੰਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ, ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਲੱਖਾਂ ਵਾਰੀ ਸ਼ੁਕਰ ਹੈ। ਮਾਣਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਮੁੱਚੇ ਦਾਸ ਪ੍ਰਬੰਧ ਦਾ, ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਗੁਰੂ ਘਰ ਦੇ ਗ੍ਰੰਥੀ ਸਿੰਘ ਜਿਨ੍ਹਾਂ ਪਾਠ ਸਰਵਣ ਕਰਾਇਆ, ਧੰਨਵਾਦ ਦੇ ਸ਼ਬਦ ਕਹਿੰਦਿਆਂ ਦਾਸ ਪੁੱਲ ਚੁੱਕ ਦੀ ਖਿਮਾ। ਅਖੀਰਲੀਆਂ ਲਾਈਨਾਂ ਦਾ ਪਾਠ ਕਰਕੇ ਅੱਜ ਦੇ ਕਥਨ ਦੀ ਸਮਾਪਤੀ ਹੈ। ਸਭ ਕੇ ਸੁਣਤ ਕ੍ਰੋਧ ਕਰ ਬੋਲੇ, ਕਰਹਿ ਕ੍ਰਿਤ ਪਿਤ ਆਇਸ ਕੋਲੇ। ਜੇ ਨਹਿ ਚੰਦੂ ਕੋ ਹਮ ਗਹ, ਮੁਸ਼ਕੈ ਬੰਦੀ ਜੇ ਨਾ ਜਗ ਲਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।